बाप नहीं बन सकते। चुप कर जा। मैं छड़ दे ਉਹਨੂੰ। ਇਹ ਨਹੀਂ ਬੋਲ। ਹੁਣ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਮੈਨੂੰ ਉਹਨੂੰ ਕੀ ਜਵਾਬ ਦਵਾਂ। ਉਹਨਾਂ ਨੇ ਤੇ 1 ਮਿੰਟ 'ਚ ਕਹਿਤਾ ਕਿ ਅਬੋਰਸ਼ਨ ਕਰਵਾ ਦੇ। ਅਬੋਰਸ਼ਨ ਨਹੀਂ ਮੈਂ ਕਰਵਾ ਸਕਦੀ। ਜੇ ਕਰਵਾਉਣੀ ਹੈ ਤਾਂ ਵੀ ਫਸਦੀ ਆ ਤੇ ਜੇ ਨਹੀਂ ਕਰਵਾਉਂਦੀ ਤਾਂ ਵੀ ਫਸਦੀ ਆ। ਜੇ ਮੈਂ ਅਨਮੋਲ ਨੂੰ ਕਹਿਣੀ ਵੀ ਮੈਂ ਅਬੋਰਸ਼ਨ ਕਰਵਾ ਦਿੰਨੀ ਆ ਫਿਰ ਮੈਨੂੰ ਇਸ ਘਰ 'ਚ ਰੱਖੂਗਾ ਤੇ ਜੇ ਨਹੀਂ ਕਹਿੰਦੀ ਫਿਰ ਉਹ ਮੈਨੂੰ ਘਰੋਂ ਬਾਹਰ ਕੱਢ ਦੂ। ਮੇਰੇ ਕੋਲ ਤਾਂ ਹੋਰ ਕਿਤੇ ਜਾਣ ਦਾ ਟਿਕਾਣਾ ਵੀ ਹੈ ਨਹੀਂ। ਭਾਬੀ ਨੂੰ ਮੈਂ ਕਿਹੜੇ ਮੂੰਹ ਨਾਲ ਜਵਾਬ ਦਊਂਗੀ ਜਿਹੜੀ ਨੇ ਇੰਨਾ ਕੁਝ ਬਰਦਾਸ਼ਤ ਕੀਤਾਗਾ। ਨਹੀਂ ਉਹਦੀ ਜਗ੍ਹਾ ਤੇ ਕੋਈ ਹੋਰ ਜਨਾਨੀ ਹੁੰਦੀ ਨਾ ਤਾਂ ਉਹਨੇ ਤਾਂ ਜਮੀ ਬਰਦਾਸ਼ਤ ਨਹੀਂ ਸੀ ਕਰਨਾ। ਬਸ ਹੁਣ ਜੋ ਹੋਊਗਾ ਦੇਖੀ ਜਾਓ। ਮੈਂ ਤਾਂ ਅਨਮੋਲ ਕੋਲ ਇੱਕੋ ਹੀ ਗੱਲ ਰੱਖਣੀ ਆ ਵੀ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ। ਕਿਉਂ ਕਰਵਾਵਾਂ ਮੈਂ ਅਬੋਰਸ਼ਨ? ਭਾਬੀ ਨੂੰ ਮੈਂ ਕੀ ਜਵਾਬ ਦਊਂਗੀ ਵੀ ਮੈਂ ਤੈਨੂੰ ਬੱਚਾ ਦੇ ਨਹੀਂ ਸਕਦੀ? ਜੇ ਰੱਬ ਨੇ ਉਹਦੀ ਕੁੱਖ ਨਹੀਂ ਭਰੀ ਤਾਂ ਫਿਰ ਕਿੱਡੀ ਕੀ ਗੱਲ ਆ। ਹੈਗੀ ਤਾਂ ਮੇਰੀ ਭੈਣਾਂ ਵਰਗੀ ਆ। ਨਾਲੇ ਜਵਾਕ ਵੀ ਤਾਂ ਉਹਨੇ ਸਾਂਭਣਾ। ਉਹ ਘਟੀਆ ਜਨਾਨੀ ਹਾਂਜੀ ਜਿਹੜੀ ਗੱਲ ਕਹਿ ਕੇ ਗਿਆ ਸੀ ਸੋਚਿਆ ਉਹਦੇ ਬਾਰੇ ਫਿਰ? ਅਨਮੋਲ ਉਹ ਕੀ ਅਨਮੋਲ ਖੁੱਲ ਕੇ ਬੋਲ। ਕਰਾਏਂਗੇ ਅਬੋਰਸ਼ਨ? ਅਨਮੋਲ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ। ਸੌਲੀ ਬਣੀ ਆ ਆਖੇ ਮੈਂ ਅਬੋਰਸ਼ਨ ਨਹੀਂ ਕਰਾ ਸਕਦੀ। ਅਬੋਰਸ਼ਨ ਨਹੀਂ ਕਰਾ ਸਕਦੀ। ਉਹ ਕੁੱਤੀਏ ਜਨਾਨੀਏ ਕੀ ਕਰਾਏਂਗੀ ਤੂੰ? ਆਪਦੇ ਜੇਠ ਦਾ ਜਵਾਕ ਜੰਮੇਗੀ? ਅਨਮੋਲ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ। ਓਏ ਭਾਬੀ ਨੂੰ ਮੈਂ ਕੀ ਜਵਾਬ ਦਊਂਗੀ? ਮੇਰੇ ਮੂਹਰੇ ਨਾ ਬੋਲ। ਮੈਂ ਅੱਜ ਤੇਰੀ ਖੱਲ ਦੇੜਨਾ ਆ। ਅੱਜ ਤੇਰੇ ਨਾਲ ਮੈਂ ਇੱਕ ਪਾਸਾ ਕਰਕੇ ਛੱਡੂ। ਅਨਮੋਲ ਮੈਂ ਕਿਹੜੇ ਜਵਾਕ ਰੱਖਣਾ? ਆਪਾਂ ਭਾਬੀ ਨੂੰ ਦੇ ਦੇਣੇ ਜਵਾਕ। ਪਰ ਮੈਂ ਭਾਬੀ ਨੂੰ ਕਿਹੜੇ ਮੂੰਹ ਨਾਲ ਕਹਾਂ ਵੀ ਮੈਂ ਅਬੋਰਸ਼ਨ ਕਰਵਾਉਣਾ? ਉਹ ਨਾਲੇ ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ ਉਹ ਸਿਰਫ ਤੇਰੇ ਨਾਲ ਮਤਲਬ ਨੂੰ ਆ। ਉਹ ਜਦੋਂ ਲੋਕਾਂ ਨੂੰ ਪਤਾ ਲੱਗੂ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਵੀ ਭੈਣ ਚੋਤੀਆਂ ਤੂੰ ਉਹਦੇ ਜੇਠ ਦਾ ਜਵਾਕ ਜਾਂਦੀ ਆ। ਰੌਲਾ ਨਾ ਪਾ ਅੱਜ ਨਹੀਂ ਤਾਂ ਤੇਰੀ ਮੈਂ ਇੱਥੇ ਸੰਗੀ ਦੱਸ ਦੂੰ। ਤੈਨੂੰ ਪਹਿਲਾਂ ਦੱਸਤਾ ਮੈਂ। ਅਨਮੋਲ ਮੈਂ ਕਰਾਂਗੀ। ਦੇਖੀ ਤੁਸੀਂ ਮੈਨੂੰ ਗੁੱਟ ਮਾਰ ਕੇ ਕਰਦੇ ਹੋ। ਕਰਾਂ ਕੀ? ਐਂ ਕਰ ਆਪਣੇ ਨਹਿਰ ਚੱਲਦੀ ਆ ਵਧੀਆ ਨਹਿਰ 'ਚ ਛਾਲ ਮਾਰ ਜਾ। ਨਹੀਂ ਜਾਬੀ ਨਿਬੜ ਜੂ ਸਾਲਾ। ਨਹੀਂ ਅਨਮੋਲ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ। ਹਾਏ ਨਾ ਕਰੋ ਮੈਂ ਹੱਥ ਬੰਨ੍ਹਦੀ ਤੁਹਾਡੇ ਮੂਹਰੇ। ਮੈਂ ਕਿੱਥੇ ਜਾਊਂਗੀ ਜੇ ਤੁਸੀਂ ਮੈਨੂੰ ਘਰੋਂ ਬਾਹਰ ਕੱਢਤਾ? ਘਰੇ ਨਹੀਂ ਤੈਨੂੰ ਮੈਂ ਰੱਖਦਾ। ਜੇ ਕਿਤੇ ਤੇਰੇ ਮਨ 'ਚ ਵਹਿਮ ਹੋਣਾ ਵੀ ਤੈਨੂੰ ਮੈਂ ਇੱਥੇ ਰੱਖ ਲੂੰ ਘਰੇ ਘੁਰੇ ਨਹੀਂ ਰੱਖਦਾ ਇਹ ਖਿਆਲ ਤਾਂ ਤੂੰ ਮਨੋਂ ਕੱਢ ਦੇ। ਅਨਮੋਲ ਅਬੋਰਸ਼ਨ ਕਰਵਾ ਕੇ ਤਕਲੀਫਾਂ ਵੀ ਤਾਂ ਮੈਨੂੰ ਹੀ ਆਉਣਗੀਆਂ। ਕੱਲ ਨੂੰ ਆਪਾਂ ਨੂੰ ਵੀ ਤਾਂ ਬੱਚਾ ਚਾਹੀਦਾ ਹੀ ਆ। ਉਹ ਬਾਪ ਬੰਨੇ ਹੱਥ ਮੈਨੂੰ ਨਹੀਂ ਤੇਰਾ ਗੰਦ ਚਾਹੀਦਾ। ਉਹ ਗੰਦ ਤਾਂ ਟੋਨੀ ਤੋਂ ਪੁਆਈ ਬੈਠੀ ਆ ਤੂੰ। ਮੈਂ ਉਹਦਾ ਜਵਾਕ ਜੰਮੀ ਫਿਰੂੰਗਾ? ਅਨਮੋਲ ਗੰਦ ਨਹੀਂ ਹੈਗਾ ਇਹ। ਗੰਦ ਹੈ। ਜਵਾਨਾਂ ਨਾਲ ਚੱਪੜ ਮਾਰੂ ਸਾਲੀ ਦੇ ਗਲ ਤੇ। ਬਸ ਮੈਂ ਅਬੋਰਸ਼ਨ ਨਹੀਂ ਕਰਵਾਉਣਾ ਹੈਗਾ। ਨਾਲੇ ਤੈਨੂੰ ਇਹ ਸੀ ਨਾ ਵੀ ਘਰੋਂ ਜਾਊਂ ਇੱਥੇ ਹੀ ਰਹੂੰ ਆਪਦਾ ਘਰ ਛੱਡ ਕੇ ਨਹੀਂ ਜਾਂਦਾ। ਤੈਨੂੰ ਗੰਦਗੀ ਜਨਾਨੀ ਇਸ ਘਰੋਂ ਕੱਢੂੰਗਾ। ਸੁਣ ਗਈ ਤੈਨੂੰ ਗੱਲ? ਆਪਦੇ ਪਿਓ ਨੂੰ ਫੋਨ ਕਰ ਦੇ। ਨਹੀਂ ਨਹੀਂ ਅਨਮੋਲ ਡੈਡ ਨੂੰ ਕੁਝ ਜੇ ਮੈਂ ਤੇਰੇ ਪਿਓ ਨੂੰ ਫੋਨ ਕਰਤਾ ਨਾ ਨਹੀਂ ਅਨਮੋਲ ਡੈਡ ਨੂੰ ਫੋਨ ਨਾ ਕਰ। ਤੇਰਾ ਮੂੰਹ ਨਹੀਂ ਰਹਿਣਾ ਤੇ ਜਿਹੜੀ ਤੇਰੇ ਪਿਓ ਦੀ ਪਿੰਡ 'ਚ ਬੇਇੱਜ਼ਤੀ ਹੋਊ ਉਹਦਾ ਤੈਨੂੰ ਪਤਾ ਹੀ ਆ। ਨਹੀਂ ਅਨਮੋਲ ਆਏ ਨਾ ਕਰੋ। ਮੇਰੇ ਡੈਡ ਨੂੰ ਨਾ ਦੱਸਿਓ। ਉਹ ਵੱਡਾ ਤੇਰਾ ਪਿਓ ਮਲੰਗ ਸਾਲਾ ਪਿੰਡ ਦਾ ਸਰਪੰਚ ਕਹਾਉਂਦਾ ਦਿੱਤਾ ਉਹ ਤੋਂ ਕੁਝ ਗਿਆ ਨਹੀਂ। ਅਨਮੋਲ ਬਾਰੀ ਇੱਕੋ ਗੱਲ ਕਿਉਂ ਕਹੀ ਜਾਂਦੇ ਹੋ? ਜਿੰਨਾ ਕੁ ਤਾਂ ਸਰਿਆ ਵਰਿਆ ਉਹਨਾਂ ਨੇ ਕਰਤਾ। ਕੀ ਕੀਤਾ? ਕੋਈ ਗੱਲ ਨਾ ਕਿਉਂ ਮਝਾਉਂਦੇ ਸੀ ਮਰ ਜਾਣਗੇ। ਦੱਸ ਮੈਨੂੰ ਕੀ ਕਰਕੇ ਗਿਆ ਤੇਰਾ ਪਿਓ? ਉਹ ਕੱਖ ਨਹੀਂ ਦੇ ਕੇ ਗਿਆ। ਉਹ ਸਾਲੀਏ ਵਿਆਹ 'ਚ ਟੂਮ ਟੱਲਾ ਪਾਉਂਦਾ ਬੰਦਾ ਉਹ ਵੀ ਨਹੀਂ ਪਾ ਕੇ ਗਿਆ। ਸਾਡੀ ਤਾਂ ਸ਼ਰੀਕੇ 'ਚ ਨੱਕ ਵੜਾਤੀ ਸਾਲੇ ਨੇ। ਅਨਮੋਲ ਮੈਨੂੰ ਸਮਝ ਨਹੀਂ ਆਉਂਦਾ। ਉਹ ਪਿਓ ਦਾ ਤੇਰਾ ਜਿਹੋ ਜਿਹਾ ਹੈਗਾ ਸੀ ਤੂੰ ਵੀ ਸਾਲੀਏ ਗੰਦ ਨਿਕਲ ਗਈ। ਸ਼ਰਮ ਆਉਂਦੀ ਆ ਤੈਨੂੰ ਆਪਦੀ ਘਰ ਵਾਲੀ ਕਹਿੰਦੇ ਨੂੰ। ਅਨਮੋਲ ਮੈਨੂੰ ਵਾਸ਼ਰੂਮ ਕਰਾਉਣ 'ਚ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਭਾਬੀ ਨੂੰ ਕੀ ਮੂੰਹ ਦਿਖਾਉਂਗੀ? ਭਾਬੀ ਨੂੰ ਮੂੰਹ ਮੈਂ ਦਿਖਾ ਦੂੰਗਾ ਆਪਦਾ। ਤੂੰ ਕਰਾ ਅਬੋਰਸ਼ਨ ਚੱਲ ਮੇਰੇ ਨਾਲ ਨਹੀਂ ਤੇਰੀਆਂ ਐਸੀਆਂ ਲੱਤਾਂ ਵੱਢੂ ਨਾ ਚੱਲਣ ਜੋਗੀ ਨਹੀਂ ਛੱਡਣਾ ਤੈਨੂੰ ਮੈਂ। ਤੁਸੀਂ ਇਦੋਂ ਵਧੀਆ ਮੈਨੂੰ ਮਾਰ ਹੀ ਦਿਓ। ਤੈਨੂੰ ਮਾਰ ਹੀ ਦੇਣਾ ਤੈਨੂੰ ਮੈਂ। ਸਾਰੀ ਕੁੱਤੀ ਕਹਿੰਦੀ ਮੈਨੂੰ ਮਾਰ ਹੀ ਦੋ। ਜਵਾਨ ਨਾ ਕੱਢ। ਹਾਂ ਕੀ ਬੰਦ ਕਰ ਦੇ। ਹਾਂ ਕਰਦੇ ਕੋਣ ਦੇਖੀ ਸੰਗੀ ਦੱਬ ਦੂੰ ਕੁੱਤੀ ਦੀ ਦੱਬ ਦੇ ਇੱਥੇ। ਨਹੀਂ
ਤੇ ਮੁੜ ਕੇ ਖਬਰਾਂ 'ਚ ਇਹ ਖਬਰ ਆ ਜੇ ਵੀ ਨੂੰ ਮਾਰਤੀ। ਬਚ ਜਾ ਵਿਸ਼ਾਲੀ, ਤੈਨੂੰ ਦੱਸਤਾ ਮੇਰਾ ਗੁੱਸਾ ਇੰਨਾ ਕੁ ਭੈੜਾ ਨਾ। ਬਚ ਜਾ, ਸੋਹਣਾ ਕੱਢ। ਭਾਬੀ ਹੁੰਦੀ ਹੈ ਇੱਥੇ ਸਾਹਮਣੇ ਕਰ ਲਾ ਨਹੀਂ ਫਾਲਕਾ 'ਚ ਚੱਪਲ ਦੇ ਦੂੰ ਮੇਰੇ ਸਾਲੇ ਦੀ ਦੇ। ਚੋਦੀ ਨੇ ਕਿਸੇ ਜੋਗਾ ਨਹੀਂ ਛੱਡਿਆ ਵੀ ਕਿਸੇ ਜੋਗਾ ਦਾ ਛੱਡਿਆ ਹੋਵੇ ਗੰਦ ਨੇ। ਦੀਦੀ ਹਾਂ ਵਿਸ਼ਾਲੀ, ਤੁਹਾਡੀ ਤਬੀਅਤ ਤਾਂ ਠੀਕ ਆ? ਕਿਉਂ? ਮੈਨੂੰ ਕੀ ਹੋਇਆ? ਨਹੀਂ ਦੀਦੀ ਉਹ ਨਹੀਂ, ਮੈਂ ਤੁਹਾਨੂੰ ਜਿੰਨੇ ਵਾਰ ਵੀ ਬੁਲਾਇਆ ਤੁਸੀਂ ਮੇਰੇ ਨਾਲ ਚੱਜ ਨਾਲ ਬੋਲੇ ਨਹੀਂ ਤਾਂ ਪੁੱਛਿਆ। ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਅਸਲ 'ਚ ਮੈਨੂੰ ਤੇਰੀ ਆਵਾਜ਼ ਨਹੀਂ ਸੁਣੀ ਹੋਣੀ। ਨਹੀਂ ਦੀਦੀ ਉਹ ਤਾਂ ਮੈਂ ਜਮਾਂ ਤੁਹਾਨੂੰ ਕੋਲੇ ਆਵਾਜ਼ ਮਾਰੀ ਸੀ, ਮੈਨੂੰ ਐ ਲੱਗਿਆ ਜਿਵੇਂ ਤੁਸੀਂ ਮੈਨੂੰ ਇਗਨੋਰ ਕਰ ਰਹੇ ਹੋ। ਲੈ ਕਮਲੀ ਨਾ ਹੋਵੇ ਤਾਂ ਭਲਾ ਮੈਂ ਤੈਨੂੰ ਕਿਉਂ ਇਗਨੋਰ ਕਰਨਾ? ਤੈਨੂੰ ਕਹਿਤਾ ਨਾ ਮੈਨੂੰ ਤੇਰੀ ਆਵਾਜ਼ ਨਹੀਂ ਸੁਣੀ ਹੋਣੀ। ਨਹੀਂ ਦੀਦੀ ਅੱਗੇ ਤਾਂ ਤੁਸੀਂ ਐਂ ਕਦੇ ਕੀਤੇ ਨਹੀਂ ਮੇਰੇ ਨਾਲ। ਇੰਨਾ ਟਾਈਮ ਹੋ ਗਿਆ ਮੈਨੂੰ ਤੁਹਾਡੇ ਨਾਲ ਰਹਿੰਦੀ ਨੂੰ, ਇੰਨਾ ਕੁ ਤਾਂ ਮੈਂ ਪਛਾਣ ਹੀ ਲੈਂਦੀ ਹਾਂ ਵੀ ਤੁਹਾਨੂੰ ਹੋਇਆ ਕੀ ਆ। ਹੁਣ ਉਹਦੇ ਕੁਛ ਵੀ ਨਹੀਂ। ਬਾਕੀ ਤੈਨੂੰ ਵੀ ਪਤਾ ਨਾ ਵਿਸ਼ਾਲੀ ਕਿ ਘਰ ਦੇ ਹਾਲਾਤ ਕੀ ਚੱਲ ਰਹੇ ਨੇਗੇ। ਟੋਨੀ ਮੈਨੂੰ ਨਹੀਂ ਬੁਲਾਉਂਦਾ ਤੇ ਅਨਮੋਲ ਤੈਨੂੰ ਨਹੀਂ ਬੁਲਾਉਂਦਾ। ਪਰ ਦੀਦੀ ਅਨਮੋਲ ਦਾ ਤਾਂ ਚਲੋ ਮੈਂ ਮੰਨਦੀ ਹਾਂ ਵੀ ਮੈਨੂੰ ਆਹ ਗਲਤੀ ਕਰਕੇ ਨਹੀਂ ਬੁਲਾਉਂਦੇ, ਪਰ ਟੋਨੀ ਨੂੰ ਤਾਂ ਮੈਂ ਤੁਹਾਡੇ ਬਾਰੇ ਕੁਝ ਕਿਹਾ ਹੀ ਨਹੀਂ, ਉਹ ਤੁਹਾਨੂੰ ਕਿਉਂ ਨਹੀਂ ਬੁਲਾਉਂਦਾ? ਮੰਨਿਆ ਕਿ ਤੂੰ ਟੋਨੀ ਨੂੰ ਮੇਰੇ ਬਾਰੇ ਕੁਝ ਨਹੀਂ ਕਿਹਾ ਹੁਣ, ਪਰ ਤੈਨੂੰ ਵੀ ਪਤਾ ਹੀ ਹੈ ਨਾ ਕਿ ਆਦਮੀ ਦੀ ਜਾਤ ਨਾ ਸੱਪਾਂ ਦੀ ਜਾਤ ਹੁੰਦੀ ਹੈ। ਤੇ ਟੋਨੀ ਉਹ ਇੱਛਾਧਾਰੀ ਨਾਗ ਹੈ ਨਾ ਜਿਹਨੂੰ ਹੁਣ ਨਾ ਬਸ ਤੇਰੀ ਇੱਛਾ, ਸਿਰਫ ਤੇਰੀ ਇੱਛਾ। ਨਹੀਂ ਦੀਦੀ ਐਵੇਂ ਦੀ ਕੋਈ ਗੱਲ ਨਹੀਂ, ਨਾਲੇ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਇਹੀ ਸੱਚ ਹੈ ਵਿਸ਼ਾਲੀ, ਤੂੰ ਇਸ ਗੱਲ ਨੂੰ ਸਮਝ ਪਾਵੇਂ ਨਾ ਸਮਝ। ਦੀਦੀ ਇਹ ਸੱਚ ਨਹੀਂ ਹੈਗਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਹੁਣ ਤੁਹਾਨੂੰ ਕਹਾਂ ਕੀ। ਹੁਣ ਤੂੰ ਮੈਨੂੰ ਕੀ ਕਹੇਂਗੀ ਜਦ ਮੈਂ ਤੈਨੂੰ ਕਹਿ ਹੀ ਦਿੱਤਾ ਕਿ ਟੋਨੀ ਦੀ ਹਰਕਤਾਂ ਸਹੀ ਨਹੀਂ ਹੈਗੀਆਂ। ਉਹ ਮੇਰੇ ਨਾਲ ਬੋਲਦਾ ਹੀ ਨਹੀਂ ਸਹੀ ਤਰੀਕੇ ਨਾਲ। ਦੀਦੀ ਕੋਈ ਗੱਲ ਨਹੀਂ, ਜੋ ਕੁਝ ਵੀ ਹੋਇਆ ਨਾ ਸਾਰੇ 'ਚ ਮੇਰੀ ਗਲਤੀ ਆ, ਮੇਰੀ ਵਜ੍ਹਾ ਕਰਕੇ ਟੋਨੀ ਤੁਹਾਨੂੰ ਬੁਲਾਉਂਦਾ ਨਹੀਂ ਹੈਗਾ। ਤੇਰੀ ਕੀ ਗਲਤੀ ਹੈ ਇਹਦੇ ਵਿੱਚ? ਜੋ ਹੋਣਾ ਸੀ ਨਾ ਹੋ ਗਿਆ। ਹਰ ਰਹੀ ਗੱਲ ਕਿਸੇ ਨੂੰ ਦੋਸ਼ ਕੀ ਦੇਣਾ ਜਦੋਂ ਆਪਣਾ ਬੰਦਾ ਹੀ ਨਾ ਸਹੀ ਹੋਵੇ। ਦੀਦੀ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਮੈਂ ਸਮਝਾਉਂਗੀ ਟੋਨੀ ਨੂੰ। ਤੂੰ ਕੀ ਸਮਝਾਏਂਗੀ? ਸਮਝਾ ਤਾਂ ਮੈਂ ਤੈਨੂੰ ਰਹੀ ਹਾਂ ਕਿ ਜਿਹੜਾ ਬੰਦਾ ਹੁੰਦਾ ਨਾ, ਜਿਹੜਾ ਇੱਛਾਧਾਰੀ ਨਾਗ ਹੁੰਦਾ ਆ, ਉਹ ਜਦੋਂ ਕਿਸੇ ਤੇ ਇੱਕ ਵਾਰੀ ਮੋਹਿਤ ਹੋ ਜੇ ਨਾ ਫਿਰ ਉਹਦਾ ਖਹਿੜਾ ਨਹੀਂ ਛੱਡਦਾ। ਹੁਣ ਇਹ ਗੱਲ ਨਾ ਤੂੰ ਆਪਦੇ ਪੱਲੇ ਬੰਨ੍ਹ ਕਿ ਇਸ ਟਾਈਮ ਉਹ ਤੇਰੇ ਮਗਰ ਲੱਗਿਆ ਹੋਇਆ ਹੈ ਤੇ ਉਹਨੇ ਤੇਰਾ ਖਹਿੜਾ ਨਹੀਂ ਛੱਡਣਾ। ਨਹੀਂ ਦੀਦੀ ਜਦੋਂ ਮੈਂ ਟੋਨੀ ਨੂੰ ਇੱਕ ਵਾਰ ਸਮਝਾਉਂਗੀ ਉਹ ਸਮਝ ਜਾਊਗਾ। ਉਹਨੇ ਕਿਸੇ ਦੀ ਗੱਲ ਨਹੀਂ ਸਮਝਣੀ। ਮੈਂ ਉਹਦੀ ਘਰ ਵਾਲੀ ਆ, ਉਹ ਅੱਜ ਤੱਕ ਉਹਨੇ ਮੇਰੀ ਨਹੀਂ ਸਮਝੀ। ਜੇ ਉਹ ਇੰਨਾ ਹੀ ਚੰਗਾ ਹੁੰਦਾ ਨਾ ਤਾਂ ਤੇਰੇ ਉਹ ਮੂੰਹ ਨਾ ਲੱਗਦਾ। ਦੀਦੀ ਸਮਝ ਰਹੀ ਹੈ ਨਾ ਮੇਰੀ ਇਸ ਗੱਲ ਨੂੰ? ਸਮਝ ਗਈ ਦੀਦੀ, ਜਿਹੜੀ ਆ ਤੁਹਾਡੇ ਰਿਸ਼ਤੇ 'ਚ ਦਰਾਰ ਪਈ ਆ ਨਾ ਉਹ ਮੈਂ ਹੀ ਆ। ਮੇਰੇ ਕਰਕੇ ਤੁਹਾਡਾ ਦੋਨਾਂ ਦਾ ਰਿਸ਼ਤਾ ਖਰਾਬ ਹੋਇਆ, ਨਾਲੇ ਮੈਂ ਤੁਹਾਡਾ ਰਿਸ਼ਤਾ ਖਰਾਬ ਕੀਤਾ ਤੇ ਨਾਲੇ ਮੈਂ ਆਪਦਾ ਅਨਮੋਲ ਨਾਲ ਰਿਸ਼ਤਾ ਖਰਾਬ ਕਰ ਲਿਆ। ਇਹ ਤਾਂ ਹੁਣ ਤੈਨੂੰ ਪਹਿਲਾਂ ਸਮਝਣਾ ਚਾਹੀਦਾ ਸੀ, ਪਰ ਤੂੰ ਹੁਣ ਗਲਤੀ ਏਡੀ ਵੱਡੀ ਕਰ ਬੈਠੀ ਆ। ਨਾ ਤਾਂ ਮੈਂ ਤੈਨੂੰ ਘਰੋਂ ਕੱਢ ਸਕਦੀ ਹਾਂ ਤੇ ਨਾ ਹੁਣ ਮੈਂ ਤੈਨੂੰ ਕੁਝ ਕਹਿ ਸਕਦੀ ਹਾਂ। ਹਰ ਵੈਸੇ ਵੀ ਤੈਨੂੰ ਮੈਂ ਪਹਿਲਾਂ ਹੀ ਕਿਹਾ ਨਾ ਕਿ ਜਦੋਂ ਤੱਕ ਆਦਮੀ ਨਾ ਸਹੀ ਹੋਵੇ ਤੇ ਸਮਝ ਲਾ ਉਹਦੀ ਜ਼ਿੰਦਗੀ ਦੇ ਵਿੱਚ ਤੂਫਾਨ ਆ ਸਕਦੇ ਨੇ, ਤੇ ਮੇਰਾ ਆਦਮੀ ਸਹੀ ਨਹੀਂ ਸੀਗਾ। ਇਸ ਕਰਕੇ ਮੈਨੂੰ ਅੱਜ ਇਹ ਦਿਨ ਦੇਖਣਾ ਪੈ ਰਿਹਾ ਕਿ ਤੇਰੇ ਢਿੱਡ ਦੇ ਵਿੱਚ ਜਿਹੜਾ ਬੱਚਾ ਹੈ ਨਾ ਉਹ ਟੋਨੀ ਦਾ ਆ। ਦੀਦੀ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਿਰਫ ਕੱਲ ਤੁਸੀਂ ਭੁਗਤ ਰਹੇ ਹੋ? ਮੈਨੂੰ ਵੀ ਪਤਾ ਰਿਸ਼ਤਾ ਇਕੱਲਾ ਤੁਹਾਡਾ ਨਹੀਂ, ਰਿਸ਼ਤਾ ਮੇਰਾ ਵੀ ਖਰਾਬ ਹੋਇਆ। ਟੋਨੀ ਤੁਹਾਨੂੰ ਮੂੰਹ ਤਾਂ ਲਾ ਲੈਂਦਾ, ਤੁਹਾਡੇ ਨਾਲ ਗੱਲਬਾਤ ਮਾੜੀ ਮੋਟੀ ਕਰਤਾ ਲੈਂਦਾ, ਅਨਮੋਲ ਤਾਂ ਮੈਨੂੰ ਦੇਖ ਕੇ ਵੀ ਨਹੀਂ ਰਾਜੀ। ਤੁਹਾਨੂੰ ਪਤਾ ਉਹਨੇ ਮੈਨੂੰ ਕਿੱਡੀ ਵੱਡੀ ਗੱਲ ਕਹੀ ਹੋਈ ਆ, ਆਖੇ ਵਾਸ਼ਨ ਕਰਵਾ ਦੇ। ਵਾਸ਼ਨ ਦੀ ਗੱਲ ਤਾਂ ਫਿਰ ਵੀ ਛੱਡੋ, ਜਿਹੜਾ ਅਨਮੋਲ ਨੇ ਮੇਰੇ ਸਵੇਰੇ ਹੱਡ ਕੁੱਟਿਆ ਨਾ ਉਹ ਮੈਂ ਹੀ ਜਾਣਦੀ ਆ। ਬੇਸ਼ੱਕ ਗਲਤੀ ਟੋਨੀ ਦੀ ਤੇ ਮੇਰੀ ਦੋਨਾਂ ਦੀ ਆ, ਪਰ ਭੁਗਤ ਤਾਂ ਮੈਂ ਇਕੱਲੀ ਰਹੀ ਆ ਨਾ।
ਕੁੱਟਿਆ ਆ ਅਨਮੋਲ ਨੇ ਤੈਨੂੰ, ਤੇ ਤੂੰ ਮੈਨੂੰ ਦੱਸਿਆ ਵੀ ਨਹੀਂ। ਹੋ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਤੂੰ ਘੱਟੋ ਘੱਟ ਮੈਨੂੰ ਤਾਂ ਆਵਾਜ਼ ਮਾਰਦੀ। ਕੱਲੀ ਅੰਦਰ ਬੈਠੀ ਉਹਦਾ ਕੁੱਟਾ ਖਾਈ ਗਈ ਆ। ਤੈਨੂੰ ਐ ਪਤਾ ਆ ਤੇਰੇ ਢਿੱਡ ਦੇ ਵਿੱਚ ਇੱਕ ਜਵਾਕ ਪਲ ਰਿਹਾ। ਜੇ ਤੈਨੂੰ ਕੋਈ ਅਭੀ ਨਬੀ ਹੋ ਜਾਂਦੀ, ਕੋਈ ਗੱਲਬਾਤ ਹੋ ਜਾਂਦੀ, ਫੇਰ ਕਿਵੇਂ ਦੱਸ ਦਿੰਦੀ ਤੁਹਾਨੂੰ ਮੈਂ? ਜੇ ਤੁਸੀਂ ਘਰੇ ਹੁੰਦੇ ਤਾਂ ਹੀ ਤੁਹਾਨੂੰ ਆਵਾਜ਼ ਮਾਰਦੀ। ਤੁਸੀਂ ਤਾਂ ਦੁੱਧ ਲੈਣ ਗਏ ਹੋਏ ਸੀ। ਮੈਂ ਤਾਂ ਅਨਮੋਲ ਨੂੰ ਮੂਹਰੇ ਇਹ ਵੀ ਹੱਥ ਜੋੜ ਕੇ ਕਹਿੰਦਾ ਸੀ ਵੀ ਇਸ ਤੋਂ ਚੰਗਾ ਤਾਂ ਮੈਨੂੰ ਮਾਰ ਦੇ, ਕਿਉਂਕਿ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ। ਇਹਦਾ ਵਿਚਾਰੇ ਦਾ ਕੀ ਕਸੂਰ ਆ? ਜਿਹਦੀ ਕੋਈ ਗਲਤੀ ਨਹੀਂ ਉਹਨੂੰ ਮੈਂ ਕਿਵੇਂ ਮਰਵਾ ਦਾਂ? ਜੇ ਮਰੂੰਗੀ ਨਾ ਤਾਂ ਮੈਂ ਵੀ ਨਾਲ ਹੀ ਮਰੂੰਗੀ, ਪਰ ਮੈਂ ਇਸ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਕੋਈ ਗੱਲ ਨਹੀਂ ਵਿਸ਼ਾਲੀ, ਤੂੰ ਫਿਕਰ ਨਾ ਕਰ। ਦੀਦੀ ਜਦੋਂ ਮੈਂ ਤੈਨੂੰ ਕਹਿ ਹੀ ਦਿੱਤਾ ਨਾ ਕਿ ਮੈਂ ਤੇਰੇ ਨਾਲ ਆ, ਮੈਂ ਸਮਝਦੀ ਹਾਂ ਇਸ ਗੱਲ ਨੂੰ। ਤੇਰੇ ਤੇ ਜੋ ਬੀਤਦੀ ਹੈ, ਮੇਰੇ ਤੇ ਜੋ ਬੀਤਦੀ ਹੈ, ਤੂੰ ਉਹਨੂੰ ਵੀ ਸਮਝ, ਪਰ ਮੈਂ ਫਿਰ ਵੀ ਤੇਰਾ ਸਾਥ ਦੇਦੀ ਹਾਂ। ਦੀਦੀ ਕੱਲੇ ਤੁਹਾਡੇ ਸਾਥ ਦਾ ਮੈਂ ਕੀ ਕਰਾਂ? ਤੁਹਾਨੂੰ ਪਤਾ ਅਨਮੋਲ ਨੇ ਕਿੰਨੀ ਵੱਡੀ ਗੱਲ ਕਹਿਤੀ ਕਿ ਜੇ ਤੂੰ ਵਾਸ਼ਨ ਨਹੀਂ ਕਰਵਾਏਂਗੀ ਤਾਂ ਮੈਂ ਹਮੇਸ਼ਾ ਲਈ ਇਸ ਘਰ ਨੂੰ ਛੱਡ ਕੇ ਜਾਊਂਗਾ। ਹੁਣ ਤੁਸੀਂ ਆਪ ਹੀ ਦੱਸੋ ਵੀ ਮੈਂ ਇੱਥੇ ਕੀ ਡਿਸੀਜਨ ਲਵਾਂ, ਇਹ ਬੱਚਾ ਰੱਖਣ ਦਾ ਜਾਂ ਅਨਮੋਲ ਨੂੰ ਘਰੋਂ ਜਾਣ ਦੇਣਾ? ਸਮਝ ਨਹੀਂ ਆ ਰਹੀ ਵੀ ਇਸ ਮੁੰਡੇ ਦਾ ਦਿਮਾਗ ਇੰਨਾ ਜ਼ਿਆਦਾ ਕਿਉਂ ਖਰਾਬ ਹੋਇਆ ਪਿਆ ਆ। ਜਦੋਂ ਵੀ ਇਹਨੂੰ ਮੈਂ 100 ਵਾਰੀ ਸਮਝਾਤਾ ਵੀ ਜੋ ਕੁਛ ਹੋ ਗਿਆ ਅਨਮੋਲ ਉਹ ਤੇ ਮਿੱਟੀ ਪਾ ਦੇ, ਪਰ ਇਹ ਗੱਲ ਹੀ ਨਹੀਂ ਸੁਣਦਾ। ਫਿਕਰ ਨਾ ਕਰ, ਮੈਂ ਅਨਮੋਲ ਨੂੰ ਕਿਤੇ ਨਹੀਂ ਜਾਣ ਦਿੰਦੀ, ਉਹ ਇੱਥੇ ਹੀ ਰਹੂਗਾ। ਦੀਦੀ ਉਹੀ ਗੱਲ ਆ ਗਈ ਨਾ, ਜਦੋਂ ਤੁਹਾਨੂੰ ਮੈਂ ਇਹ ਗੱਲ ਕਹੀ ਵੀ ਮੈਂ ਟੋਨੀ ਨੂੰ ਸਮਝਾ ਦੂੰਗੀ, ਤੁਸੀਂ ਕੀ ਕਿਹਾ ਵੀ ਮੈਂ ਉਹਦੀ ਘਰ ਵਾਲੀ ਆ, ਤੇ ਜਦੋਂ ਮੈਂ ਨਹੀਂ ਉਹਨੂੰ ਸਮਝਾ ਸਕੀ ਤਾਂ ਮੈਂ ਕੀ ਸਮਝਾਉਂਗੀ? ਇਹੀ ਗੱਲ ਅਨਮੋਲ ਤੇ ਲਾਗੂ ਹੁੰਦੀ ਆ। ਜਦੋਂ ਉਹ ਮੈਨੂੰ ਨਹੀਂ ਸਮਝ ਰਿਹਾ, ਮੇਰੇ ਹਾਲਾਤਾਂ ਨੂੰ ਨਹੀਂ ਸਮਝ ਰਿਹਾ, ਤੁਹਾਨੂੰ ਕੀ ਲੱਗਦਾ ਆ ਤੁਹਾਡੇ ਮੂੰਹ ਦੀ ਬੋਲੀ ਸਮਝ ਲੂਗਾ ਉਹ? ਨਹੀਂ ਸਮਝਦਾ ਉਹ। ਜੇ ਉਹਨੇ ਇੱਕ ਵਾਰੀ ਡਿਸੀਜਨ ਇਹ ਲੈ ਲਿਆ ਨਾ ਵੀ ਮੈਂ ਘਰ ਛੱਡ ਕੇ ਜਾਣਾ, ਤਾਂ ਫਿਰ ਚਾਹੇ ਉਹਦਾ ਬਾਪ ਕਿਉਂ ਨਾ ਮੂਹਰੇ ਆ ਜੇ, ਉਹ ਘਰ ਛੱਡ ਕੇ ਜਾਊਗਾ ਹੀ ਜਾਊਗਾ। ਜ਼ਿੰਦਗੀ ਖਰਾਬ ਹੋਊਗੀ ਮੇਰੀ, ਕਿਸੇ ਦੀ ਵੀ ਨਹੀਂ। ਤੇਰੀ ਜ਼ਿੰਦਗੀ ਮੈਂ ਖਰਾਬ ਨਹੀਂ ਹੋਣ ਦਿੰਦੀ, ਚਾਹੇ ਜੋ ਕੁਝ ਕਰਨਾ ਪੈ ਜੇ ਮੈਨੂੰ, ਸਭ ਕੁਝ ਕਰਾਂਗੀ। ਤੂੰ ਬੇਫਿਕਰ ਰਹਿ ਤੇ ਬੱਚੇ ਦਾ ਧਿਆਨ ਰੱਖ। ਹੁਣ ਤੁਹਾਨੂੰ ਕੀ ਦੱਸਾਂ ਦੀਦੀ, ਮੈਂ ਗਲਤੀ ਤਾਂ ਮੈਥੋਂ ਹੀ ਹੋਈ ਹੈ ਨਾ। ਤੁਹਾਨੂੰ ਤੁਹਾਡਾ ਬੱਚਾ ਚਾਹੀਦਾ, ਮੈਂ ਬੱਚੇ ਨੂੰ ਜਨਮ ਦੇ ਵੀ ਦਊਂਗੀ, ਤੁਹਾਨੂੰ ਬੱਚਾ ਵੀ ਮਿਲ ਜਾਊਗਾ, ਪਰ ਮੇਰਾ ਕੀ? ਮੈਂ ਤਾਂ ਉਹਦੇ ਪੇਕੇ ਵੀ ਨਹੀਂ ਜਾ ਸਕਦੀ, ਤੇ ਜੇ ਅਨਮੋਲ ਹੀ ਮੈਨੂੰ ਛੱਡ ਕੇ ਭੱਗ ਗਿਆ, ਮੈਂ ਤਾਂ ਜਮਾ ਇਕੱਲੀ ਰਹਿ ਜਾਊਂਗੀ। ਨਹੀਂ, ਮੈਂ ਆਪਦੀ ਜ਼ਿੰਦਗੀ ਨਹੀਂ ਖਰਾਬ ਕਰਨੀ, ਤੁਹਾਡੀ ਜ਼ਿੰਦਗੀ ਸਵਾਰ ਕੇ। ਅਨਮੋਲ, ਹਾਂ ਭਾਬੀ। ਮੇਰੀ ਗੱਲ ਸੁਣ। ਮੈਂ ਕੀ ਤੇਰੇ ਬਾਰੇ ਸੁਣਦੀ ਆ ਵੀ ਤੂੰ ਘਰ ਛੱਡ ਕੇ ਜਾਣ ਨੂੰ ਕਹਿਣਾ ਹੈ? ਉਹ ਫਿਰ ਜਦੋਂ ਭਾਬੀ ਤੈਨੂੰ ਪਤਾ ਹੀ ਲੱਗ ਗਿਆ, ਫਿਰ ਪੁੱਛਦੀ ਕਾਹਦੇ ਵਾਸਤੇ ਆ? ਤੇਰਾ ਅਸਲ 'ਚ ਦਿਮਾਗ ਖਰਾਬ ਹੋ ਗਿਆ। ਕੌਣ ਆਪਦੇ ਘਰ ਨੂੰ ਛੱਡ ਕੇ ਜਾਂਦਾ ਹੁੰਦਾ? ਹੋ ਤੇਰਾ ਘਰ ਆ ਕਮਲਿਆ, ਇਹ ਕਿੱਥੇ ਜਾਵੇਂਗਾ ਤੂੰ? ਮੇਰਾ ਘਰ? ਉਹ ਮੇਰੇ ਘਰ ਵਾਲੀ ਕਿਸੇ ਹੋਰ ਨੂੰ ਸਾਂਭੀ ਬੈਠੀ ਆ, ਮੈਂ ਇੱਥੇ ਕੀ ਕਰਨਾ? ਦੇਖ ਅਨਮੋਲ, ਜੋ ਕੁਛ ਤੇਰੇ ਨਾਲ ਹੋ ਰਿਹਾ ਨਾ, ਮੇਰੇ ਨਾਲ ਵੀ ਉਹੀ ਕੁਛ ਹੋ ਰਿਹਾ। ਹੁਣ ਤੂੰ ਦੱਸ ਕਰੀਏ ਕੀ? ਉਹ ਭਾਬੀ ਯਾਦ ਕਰ ਲਾ ਉਹ ਦਿਨ ਜਦੋਂ ਮੈਨੂੰ ਆਏ ਨੂੰ ਤੂੰ ਖੁਸ਼ਖਬਰੀ ਸੁਣਾਈ ਸੀ, ਤੇ ਅੱਜ ਤੂੰ ਦੁਖੀ ਹੋ ਗਈ। ਕਾਦੀ ਖੁਸ਼ਖਬਰੀ ਅਨਮੋਲ? ਤੂੰ ਇਹ ਗੱਲ ਸੋਚ ਲੈ ਬਸ ਕਿ ਇਹ ਨਾ ਮੇਰੀ ਮਜਬੂਰੀ ਆ, ਨਹੀਂ ਤਾਂ ਕਿਹੜੀ ਔਰਤ ਆਪਦੇ ਘਰ ਵਾਲੇ ਨੂੰ ਕਿਸੇ ਹੋਰ ਦੇ ਨਾਲ ਦੇਖੂਗੀ? ਹੋ ਭਾਬੀ, ਜੇ ਮਜਬੂਰੀ ਹੈ ਫਿਰ ਕਿਉਂ ਔਖੀ ਹੁੰਨੀ ਆ? ਚੱਲ ਹੁਣ ਫਿਰ ਜਿਹੜੀਆਂ ਸਿਰ ਪਈਆਂ ਤੇਰੇ। ਚੱਲੀ ਤਾਂ ਜਾਨੀ ਆ, ਹੋਰ ਹੁਣ ਕੀ ਕਰਾਂ ਮੈਂ ਇਹੀ ਸੋਚੀ ਜਾਨੀ ਆ ਵੀ ਕਦੇ ਨਹੀਂ ਸੀ ਸੋਚਿਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਆਹ ਸਭ ਕੁਝ ਵੀ ਹੋਊਗਾ। ਭਾਬੀ ਜਿਹੜਾ ਕੁਝ ਹੋਇਆ ਨਾ ਤੇਰੀ ਸਹਿਮਤੀ ਨਾਲ ਹੋਇਆ। ਹੁਣ ਤਾਂ ਜਿੰਨੀਆਂ ਮਰਜ਼ੀ ਸਫਾਈਆਂ ਦੇ ਲਾ, ਹੁਣ ਨਹੀਂ ਕੁਝ ਬਣਨਾ। ਪਤਾ ਤਾਂ ਮੈਨੂੰ ਵੀ ਹੈ ਵੀ ਹੁਣ ਕੁਝ ਨਹੀਂ ਬਣਨਾ, ਪਰ ਹੁਣ ਤੂੰ ਆਪ ਸੋਚ ਵੀ ਕਰ ਕੀ ਸਕਦੇ ਆ। ਹੋ ਕਮਲਿਆ, ਮੈਂ ਤੈਨੂੰ ਬਾਰ-ਬਾਰ ਇੱਕੋ ਗੱਲ ਕਹੀ ਜਾਨੀ ਆ, ਅਨਮੋਲ ਘਰ ਛੱਡ ਕੇ ਨਾ ਜਾਈ, ਤੇਰੇ ਮੂਹਰੇ ਹੱਥ ਜੋੜਦੀ ਆ। ਕਿਹੜੇ ਮੂੰਹ ਨਾਲ ਰਹਾਂ ਭਾਬੀ ਇੱਥੇ? ਤੂੰ ਹੀ ਦੱਸ।
ਕਿਹੜੇ ਮੂੰਹ ਨਾਲ ਰਹਾਂ? ਉਹ ਭੈਣ ਚੋਦੀ ਨੇ ਗਾਲ ਕੱਢਦੇ ਨੂੰ ਵੀ ਸ਼ਰਮ ਆਉਂਦੀ ਆ। ਮੈਨੂੰ ਕਿਸੇ ਜੋਗਾ ਨਹੀਂ ਛੱਡਿਆ, ਬਦਨਾਮੀ ਕਰਾਤੀ ਮੇਰੀ ਸਾਰੇ ਕਿਤੇ। ਹਾਏ ਤਾਂ ਲੋਕਾਂ ਨੂੰ ਪਤਾ ਵੀ ਨਹੀਂ, ਕਿਉਂ ਤੂੰ ਚੀਕ ਚੀਕ ਕੇ ਲੋਕਾਂ ਨੂੰ ਦੱਸਣਾ ਚਾਹੁੰਦਾ ਆ? ਜੇ ਤੂੰ ਘਰ ਛੱਡ ਕੇ ਵਗ ਜਾਏਗਾ ਨਾ, ਫਿਰ ਤਾਂ ਸਗੋਂ ਥੂ ਥੂ ਹੋਊਗੀ, ਲੋਕਾਂ ਨੂੰ ਪਤਾ ਲੱਗ ਜਾਊਗਾ। ਤੈਨੂੰ ਕੀ ਲੱਗਦਾ ਭਾਬੀ ਵੀ ਕਿਸੇ ਨੂੰ ਪਤਾ ਨਹੀਂ? ਆਸ ਗਵਾਂਢ ਚ ਨਾ ਸਾਰੇ ਘਰਾਂ ਦੇ ਵੇ ਪਤਾ। ਬਸ ਕਰਿਆ ਕਰ, ਤੂੰ ਤਾਂ ਸਾਰੇ ਪਿੰਡ ਦੇ ਠੇਕਾ ਲੈ ਰੱਖਿਆ ਵੀ ਤੈਨੂੰ ਸਾਰੇ ਪਤਾ, ਵੀ ਸਾਰੇ ਘਰਾਂ 'ਚ ਪਤਾ ਲੱਗ ਗਈ ਗੱਲ। ਤੁਹਾਡੇ ਕੋਲ ਤਾਂ ਕੋਈ ਆਉਂਦਾ ਨਹੀਂ, ਮੈਨੂੰ ਹਰੇਕ ਘੇਰ ਲੈਂਦੀ ਆ। ਕੀ ਗੱਲ ਹੋ ਗਈ? ਮੈਂ ਕੀ ਕਹਾਂ? ਕਹਿ ਦਿਆ ਕਰ, 100 ਬਹਾਨਾ ਹੁੰਦਾ ਤੇਰਾ, ਕੀ ਮੂੰਹ ਸਿੱਤਾ ਵੀ ਤੇਰੇ ਤੋਂ ਕਿਹਾ ਨਹੀਂ ਜਾਂਦਾ। ਬਾਪ ਨੇ ਨਾ ਇੱਕ ਗੱਲ ਸਿਖਾਈ ਸੀ ਵੀ ਨਾ ਤਾਂ ਕਿਸੇ ਦਾ ਮਾੜਾ ਕਰਨਾ ਹੈ ਤੇ ਨਾ ਕਿਸੇ ਨੂੰ ਝੂਠ ਬੋਲਣਾ ਹੈ। ਨਾ ਤਾਂ ਅੱਜ ਤੱਕ ਕਿਸੇ ਦਾ ਮਾੜਾ ਕੀਤਾ ਤੇ ਨਾ ਝੂਠ ਬੋਲਿਆ। ਜੇ ਤੂੰ ਚੰਗਾ ਸੀ ਨਾ ਤਾਂ ਹੀ ਤੇਰੀ ਜ਼ਿੰਦਗੀ 'ਚ ਆਹ ਕੁਝ ਹੋ ਰਿਹਾ, ਤੇ ਹੁਣ ਤੂੰ ਆਪ ਦੱਸ ਮੈਂ ਕਿਹੜੇ ਪਾਸੇ ਜਾਵਾਂ? ਮੰਨਿਆ ਵੀ ਮੇਥੋਂ ਗਲਤੀਆਂ ਹੋ ਗਈਆਂ। ਭਾਬੀ ਜੇ ਤੂੰ ਇਹਨੂੰ ਉਦੋਂ ਹੀ ਸਮਝਾਉਂਦੀ ਨਾ ਤਾਂ ਕੁਝ ਹੋਣਾ ਹੀ ਨਹੀਂ ਸੀ। ਤੂੰ ਤਾਂ ਬੜਾ ਮੈਨੂੰ ਖੁਸ਼ ਹੋ ਕੇ ਦੱਸਦੀ ਸੀ ਉਦੋਂ, ਖੁਸ਼ਖਬਰੀ ਹੈ। ਮੈਨੂੰ ਜੇ ਤਾਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਨਾ ਤਾਂ ਮੈਂ ਖੁਦ ਆਪ ਘਰ ਛੱਡ ਕੇ ਚਲੇ ਜਾਂਦੀ। ਉਹ ਬਾਂਹ ਫੜ ਕੇ ਬਾਹਰ ਕੱਢ ਦਿੰਦੀ ਭਾਬੀ, ਜੋ ਤੈਨੂੰ ਪਤਾ ਲੱਗਿਆ ਸੀ। ਤੇ ਇੱਥੋਂ ਤਾਂ ਉਦੋਂ ਵੀ ਨਹੀਂ ਕੁਝ ਹੋਇਆ। ਅੱਛਾ, ਮੈਂ ਉਹਨੂੰ ਘਰੋਂ ਬਾਹਰ ਕੱਢ ਦਿੰਦੀ ਤੇ ਲੋਕਾਂ ਨੇ ਥੂ ਥੂ ਕਰਨੀ ਸੀ ਆਪਣੇ ਤੇ। ਉਹ ਸਿਰਫ ਇੱਜ਼ਤ ਦੀ ਮਾਰੀ ਨੇ ਉਹਨੇ ਇਸ ਘਰ ਦੇ ਵਿੱਚ ਰੱਖਿਆ ਹੋਇਆ ਹੈ। ਲੋਕ ਤਾਂ ਹੁਣ ਵੀ ਥੂ ਥੂ ਕਰਦੇ ਆ, ਫਿਰ ਹੁਣ ਕੀ ਕਰ ਲਿਆ? ਬਦਨਾਮੀ ਤਾਂ ਭਾਬੀ ਇੱਕ ਦਿਨ ਹੋਣੀ ਹੁੰਦੀ ਆ। ਆ ਹੁਣ ਹੋ ਗਈ, ਉਦੋਂ ਨਾ ਹੁੰਦੀ ਤਾਂ ਹੁਣ ਹੋ ਗਈ। ਚਪੇੜਾ ਤਾਂ ਲੋਕ ਭਿਉਂ ਮਾਰਦੀ ਐ। ਲੋਕਾਂ ਦੀਆਂ ਗੱਲਾਂ ਤਾਂ ਸੁਣਨੀਆਂ ਪੈਣੀਆਂ, ਜਿੱਥੇ ਮਰਜ਼ੀ ਭੱਜ ਲਾ। ਦੇਖ ਅਨਮੋਲ, ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਬਾਰ-ਬਾਰ ਇੱਕੋ ਗੱਲ ਕਹਿ ਰਹੀ ਹਾਂ ਵੀ ਮੇਰੀ ਗੱਲ ਨੂੰ ਨਾ ਮੋੜ, ਇਹ ਘਰ ਛੱਡ ਕੇ ਨਾ ਜਾਈਂ। ਕਿਵੇਂ ਰਹਾ ਭਾਬੀ ਮੈਂ ਇੱਥੇ? ਕਿਹੜੇ ਮੂੰਹ ਨਾਲ ਰਹਾ? ਟੋਨੀ ਮੇਰੇ ਨਹੀਂ ਮੱਥੇ ਲੱਗਦਾ। ਉਹਦੀ ਤਾਂ ਅੱਜ ਮੈਂ ਨਾ ਇੰਨਾ ਭੜਕਾਈ ਆ ਤੜਕੇ, ਛੱਡੀ ਗੱਲਾਂ ਦੇ। ਦੱਸ ਤਾਂ ਉਹਨੇ ਮੈਨੂੰ, ਤੇਰਾ ਤਾਂ ਸੱਚੀ ਦਿਮਾਗ ਖਰਾਬ ਹੋਇਆ ਪਿਆ ਆ। ਕਿੱਡਾ ਚੌੜਾ ਹੋ ਕੇ ਦੱਸਦਾ ਤੂੰ ਵੀ ਉਹ ਤੇ ਹੱਥ ਚੱਕਿਆ ਆ। ਉਹ ਫਿਰ ਹੋਰ ਕੀ ਕਰਾਂ? ਮੈਨੂੰ ਇਹ ਗੱਲ ਕਹੀ ਸੀ ਵੀ ਜਾਂ ਤਾਂ ਅਬੋਰਸ਼ਨ ਕਰਾ ਦੇ, ਨਹੀਂ ਮੈਂ ਘਰ ਛੱਡ ਕੇ ਜਾਊਂ। ਸਾਲੀ ਮੂਹਰੇ ਬੋਲਦੀ ਸੀ, ਕਹਿੰਦੀ ਅਖੇ ਮੈਂ ਤਾਂ ਕਰਾਉਂਦੀ ਨਹੀਂ, ਕਰ ਲਾ ਜਿਹੜਾ ਕੁਝ ਕਰਨਾ। ਫਿਰ ਕਰਤਾ ਮੈਂ ਜਿਹੜਾ ਕੁਝ ਕਰਨਾ ਸੀ। ਤੂੰ ਗੱਲ ਨੂੰ ਸਮਝਦਾ ਕਿਉਂ ਨਹੀਂ? ਅਬੋਰਸ਼ਨ ਕਰਾਉਣਾ ਕਿਤੇ ਸੌਖੀ ਗੱਲ ਆ? ਉਹ ਤੇ ਕੀ ਬੀਤਦੀ ਆ, ਤੈਨੂੰ ਇਹ ਗੱਲ ਦਾ ਪਤਾ ਨਹੀਂ? ਤੇ ਫਿਰ ਮੇਰੇ ਤੇ ਕੀ ਬੀਤਦੀ ਹੈ? ਇਹ ਮਰ ਗੱਲ ਤਾਂ ਚੁੱਕੀ ਤੈਨੂੰ- ਉਹ। ਓ ਯਾਰ ਭਾਬੀ, ਕੱਲ ਨੂੰ ਮਰਦੀ ਆ ਨਾ, ਮੇਰੇ ਭਾਂਦੀ ਅੱਜ ਮਰ ਜੇ, ਮੈਨੂੰ ਕੋਈ ਫਿਕਰ ਨਹੀਂ। ਮੈਂ ਤਾਂ ਇਸ ਘਰ ਨਾਲ ਨਾ ਨਾਤੇ ਹੀ ਨਹੀਂ ਤੋੜਤਾ। ਚੰਗੀ ਗੱਲ ਆ, ਤੂੰ ਤਾਂ ਨਾਤਾ ਤੋੜਤਾ। ਟੁੱਟੇ ਹੀ ਆ ਭਾਬੀ, ਜਿਹੜਾ ਕੁਝ ਹੋ ਗਿਆ ਨਾਤਾ ਤਾਂ ਟੁੱਟੂਗਾ ਹੀ। ਅੱਜ ਨਹੀਂ ਤਾਂ ਕੱਲ ਨੂੰ ਟੁੱਟ ਜੂ। ਜਾ ਵਗ ਜਾ ਅਨਮੋਲ, ਤੈਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਮੈਂ ਜਿੰਨਾ ਸੋਚਦੀ ਆ ਨਾ ਕਿ ਤੂੰ ਮੇਰੀ ਗੱਲ ਨੂੰ ਮੰਨੇਗਾ, ਪਰ ਨਹੀਂ। ਤੈਨੂੰ ਦੋਸ਼ ਨਹੀਂ ਦਿੰਦਾ ਭਾਬੀ, ਤੈਨੂੰ ਦੋਸ਼ ਨਹੀਂ ਦਿੰਦਾ। ਤੇਰੀ ਵੀ ਕੋਈ ਗਲਤੀ, ਤੂੰ ਵੀ ਫਸੀ ਹੋਈ ਆ। ਮੈਨੂੰ ਪਤਾ ਟੋਨੀ ਤੈਨੂੰ ਵੀ ਨਹੀਂ ਬੁਲਾਉਂਦਾ। ਤੈਨੂੰ ਐਂ ਲੱਗਦਾ ਵੀ ਅਨਮੋਲ ਨੂੰ ਕੁਝ ਪਤਾ ਨਹੀਂ। ਮੈਨੂੰ ਸਾਰਾ ਕੁਝ ਪਤਾ ਭਾਬੀ। ਜਿੱਦੇ ਦਾ ਆਇਆ ਮੇਰੇ ਮੱਥੇ ਲੱਗਿਆ ਇੱਕ ਵਾਰੀ ਵੀ, ਤੂੰ ਹੀ ਦੱਸ ਦੇ। ਫਿਰ ਜਦੋਂ ਤੈਨੂੰ ਪਤਾ ਹੀ ਆ ਤੇ ਅਨਮੋਲ ਤੂੰ ਮੇਰੇ ਵਾਂਗੂ ਤੇ ਜੀ ਸਕਦਾ ਨਾ ਇਸ ਘਰ ਦੇ ਵਿੱਚ। ਮੈਨੂੰ ਵੀ ਤਾਂ ਦੇਖ ਮੈਂ ਕਿੱਦਾਂ ਸਾਹ ਲੈ ਰਹੀ ਆ। ਕੋਈ ਨਾ ਭਾਬੀ, ਜੇ ਤੂੰ ਕਹਿਨੀ ਆ ਤਾਂ ਮੈਂ ਨਹੀਂ ਜਾਂਦਾ, ਪਰ ਮੈਂ ਘਰੇ ਨਹੀਂ ਰਹਿ ਸਕਦਾ। ਮੈਂ ਬਾਹਰ ਰਹਿ ਕੇ ਟਾਈਮ ਪਾਸ ਕਰ ਲਿਆ ਕਰੂੰ, ਪਰ ਮੈਂ ਘਰੇ ਘੱਟ ਵੱਧ ਹੀ ਵੜਿਆ ਕਰੂੰ। ਦੇਖ ਮੇਰੀ ਗੱਲ ਸੁਣ, ਧੰਨਵਾਦ ਤੇਰਾ, ਤੂੰ ਮੇਰੀ ਗੱਲ ਮੰਨੀ ਆ। ਮੈਂ ਤੈਨੂੰ ਇਹੀ ਗੱਲ ਦੁਬਾਰਾ ਕਹਿਨੀ ਆ, ਭਾਵੇਂ ਕੁਛ ਹੋ ਜੇ ਅਨਮੋਲ, ਪਰ ਘਰ ਛੱਡ ਕੇ ਨਾ ਜਾਈਂ। ਇਹ ਘਰ ਤੇਰਾ ਹੈ, ਸਭ ਕੁਝ ਤੇਰਾ ਹੈ ਅਨਮੋਲ। ਨਹੀਂ ਜਾਂਦਾ ਭਾਬੀ ਘਰ ਛੱਡ ਕੇ, ਪਰ ਕੀ ਕਰਾਂ? ਕਿਸਮਤ 'ਚ ਜਿਹੜਾ ਕੁਝ ਲਿਖਿਆ ਸੀ ਉਹ ਕੁਝ ਹੋ ਗਿਆ। ਚੱਲ ਕੋਈ ਨਾ ਭਾਬੀ, ਤੂੰ ਕਰ ਲੈ ਕੰਮ ਧੰਦਾ, ਮੈਂ ਤਾਂ ਤੇਰਾ ਵੀ ਕੰਮ ਛਡਾਤਾ। ਮੈਂ ਰੋਟੀ ਖਾਣਾ। ਅੱਛਾ, ਗੱਲ ਤਾਂ ਇਹਦੀ ਵੀ ਸਹੀ। ਕੀ ਕਰੇ ਵਿਚਾਰਾ ਇਹ ਜਦੋਂ ਉਹਨੂੰ ਵਿਆਹ ਕੇ ਲੈ ਕੇ ਆਇਆ ਸੀ ਨਾ, ਇਹਨੇ ਕਦੇ ਨਹੀਂ ਸੋਚਿਆ ਸੀਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਆਹ ਕੁਝ ਹੋ ਜਾਊਗਾ। ਚਲ ਮੈਂ ਇਹ ਗੱਲ ਸੋਚੀ ਜਾਂਦੀ ਹਾਂ, ਕਿਤੇ ਚਾਚੀ ਸਹੀ ਤਾਂ ਨਹੀਂ ਕਹਿ ਰਹੀ ਕਿ ਮੈਂ ਵਿਸ਼ਾਲੀ ਦਾ ਇੰਨਾ ਖਿਆਲ ਰੱਖਦੀ ਹਾਂ, ਉਹਨੂੰ ਇੰਨਾ ਪਿਆਰ ਕਰਦੀ ਹਾਂ,
ਤੇ ਘਰ ਦਾ ਸਾਰਾ ਕੰਮ ਧੰਦਾ ਮੈਂ ਆਪ ਕਰਦੀ ਹਾਂ ਤਾਂ ਕਿ ਉਹਨੂੰ ਕੋਈ ਤਕਲੀਫ ਨਾ ਆਵੇ। ਕਿਤੇ ਉਹੀ ਗੱਲ ਨਾ ਹੋ ਜਾਵੇ ਵੀ ਉਹ ਕੱਲ ਨੂੰ ਬਦਲ ਜੇ। ਚਾਚੀ ਨੇ ਵੀ ਹੱਦ ਹੀ ਕਰੀ ਪਈ ਆ। ਪਰ ਲੋਕਾਂ ਦੇ ਘਰੇ ਸੂਹਾਂ ਲੈਂਦੀ ਰਹਿੰਦੀ ਹੈ। ਜਦੋਂ ਆਪਦੀ ਨੂੰਹ ਦੇ ਜਵਾਕ ਹੋਇਆ ਸੀ ਉਦੋਂ ਭਾਫ ਤੱਕ ਨਹੀਂ ਕੱਢੀ ਹੈਗੀ ਵੀ ਬੰਦਾ ਆਪਦੇ ਘਰ ਵੱਲ ਝਾਤੀ ਮਾਰ ਲੇ। ਪਰ ਲੋਕਾਂ ਦੀ ਗੱਲਾਂ ਸੁਣ ਲਏ ਤਾਂ ਉਹੀ ਬਹੁਤ ਆ। ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਟਾਈਮ ਇਹ ਬਿੜਕਾ ਨਹੀਂ ਨਾ ਲੈਂਦੀ ਉਹਨਾਂ ਟਾਈਮ ਇਹਦੇ ਰੋਟੀ ਪਤਾ ਨਹੀਂ ਕਿਵੇਂ ਹਜਮ ਆਉਂਦੀ ਹੈ। ਪਰ ਰਹੀ ਗੱਲ ਅਨਮੋਲ ਦੀ, ਕਮਲਾ ਆ ਉਹ ਤਾਂ। ਚੱਲ ਮੰਨਿਆ ਵੀ ਮੇਰੇ ਨਾਲ ਤਾਂ ਉਹਦਾ ਗੁੱਸਾ ਹੋਊਗਾ ਨਹੀਂ ਹੋਊਗਾ, ਮੇਰੇ ਨਾਲ ਗੱਲ ਕਰੇ ਭਾਵੇਂ ਨਾ ਕਰੇ, ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ। ਪਰ ਘੱਟੋ ਘੱਟ ਵਿਸ਼ਾਲੀ ਨਾਲ ਤਾਂ ਗੱਲ ਕਰੇ ਉਹ। ਆਖਰ ਨੂੰ ਉਹਦੀ ਘਰ ਵਾਲੀ ਹੈ ਉਹ। ਕਦੋਂ ਤੱਕ ਉਹਦੇ ਨਾਲ ਇਹ ਸਭ ਚੱਲਦਾ ਰਹੂਗਾ? ਇੱਕ ਨਾ ਇੱਕ ਦਿਨ ਤਾਂ ਉਹਦੇ ਨਾਲ ਉਹਨੂੰ ਗੱਲ ਕਰਨੀ ਪੈਣੀ ਹੈ। ਅਨਮੋਲ ਨੇ ਤਾਂ ਕਿੱਥੇ ਜਾਣਾ ਮੇਰੇ ਨਾਲ ਹਸਪੀਟਲ। ਪਤਾ ਮੇਰੇ ਵੱਲ ਦੇਖ ਕੇ ਨਹੀਂ ਰਾਜੀ ਹੈਗਾ। ਨਾਲ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ। ਮੈਨੂੰ ਤਾਂ ਇਹ ਲੱਗਦਾ ਵੀ ਹੁਣ ਇਹ ਜ਼ਿੰਮੇਵਾਰੀ ਵੀ ਟੋਨੀ ਨੂੰ ਚੱਕਣੀ ਪਊਗੀ। ਪਰ ਇੱਕ ਇਹ ਵੀ ਗੱਲ ਆ ਨਾ, ਅਨਮੋਲ ਤੇ ਬੱਚੇ ਨੂੰ ਚਾਹੁੰਦੇ ਹੀ ਨਹੀਂ ਹੈਗਾ। ਫਿਰ ਉਹ ਕਿਹੜੇ ਹੱਕ ਨਾਲ ਹਸਪੀਟਲ ਜਾ ਸਕਦਾ ਮੇਰੇ ਨਾਲ? ਮੈਨੂੰ ਲੱਗਦਾ ਟੋਨੀ ਨੂੰ ਹੀ ਕਹਿਣਾ ਪਊ, ਉਹੀ ਲੈ ਕੇ ਜਾ ਸਕਦਾ ਹਸਪੀਟਲ ਮੈਨੂੰ। ਹੈ ਤਾਂ ਆਖਰ ਨੂੰ ਮੇਰੇ ਘਰ ਵਾਲੇ ਦੇ ਖੂਨ ਨਾ, ਤਾਂ ਫਿਰ ਕੋਈ ਕਿਵੇਂ ਉਹਨੂੰ ਮੇਰੇ ਤੋਂ ਦੂਰ ਕਰ ਦੂਗਾ? ਆਖਰ ਨੂੰ ਫਿਰ ਵਿਸ਼ਾਲੀ ਦਾ ਸਾਥ ਤਾਂ ਮੈਂ ਹੀ ਦੇ ਰਹੀ ਹਾਂ ਨਾ ਕਿ ਇਸ ਬੱਚੇ ਨੂੰ ਜਨਮ ਦੇਵੇ। ਮੇਰਾ ਵੀ ਉਨਾ ਹੀ ਹੱਕ ਹੈ ਇਸ ਬੱਚੇ ਤੇ ਜਿੰਨਾ ਵਿਸ਼ਾਲੀ ਦਾ ਆ। ਬੇਸ਼ੱਕ ਵਿਸ਼ਾਲੀ ਨੂੰ ਜਨਮ ਦਊਗੀ ਪਰ ਇਹ ਤੇ ਹੱਕ ਸਿਰਫ ਮੇਰਾ ਰਹੂਗਾ। ਹਾਂ ਬਸ ਮੈਨੂੰ ਇੰਨਾ ਕੁ ਕੰਮ ਜ਼ਰੂਰ ਕਰਨਾ ਪਊਗਾ ਕਿ ਟੋਨੀ ਵਿਸ਼ਾਲੀ ਦੇ ਨੇੜੇ ਤੇੜੇ ਵੀ ਨਾ ਜਾਵੇ, ਕਿਉਂਕਿ ਇਹਨੇ ਵੀ ਆਤੀ ਚੱਕੀ ਹੋਈ ਹੈ। ਸਾਰਾ ਦਿਨ ਉਹਦੇ ਕਮਰੇ 'ਚ ਵੜਿਆ ਰਹਿੰਦਾ ਹੈ ਔਰ ਇਹ ਚੀਜ਼ਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ। ਅਨਮੋਲ ਨੂੰ ਤਾਂ ਇਹ ਗੱਲ ਕਹਿਣੀ ਸੌਖੀ ਲੱਗਦੀ ਹੈ ਵੀ ਉਹ ਵਾਸ਼ਨ ਕਰਵਾ ਦੇ, ਪਰ ਮੈਂ ਵਾਸ਼ਨ ਨਹੀਂ ਕਰਵਾ ਸਕਦੀ। ਮੈਂ ਇਹ ਪਾਪ ਜਮੇ ਨਹੀਂ ਕਰ ਸਕਦੀ। ਰੱਬ ਨਾ ਕਰੇ ਕੱਲ੍ਹ ਨੂੰ ਅਨਮੋਲ ਦਾ ਗੁੱਸਾ ਠੰਡਾ ਹੋ ਗਿਆ, ਕੀ ਪਤਾ ਉਹ ਮੰਨ ਹੀ ਜਾਵੇ। ਫਿਰ ਕਾਹਨੂੰ ਇੰਨਾ ਵੱਡਾ ਪਾਪ ਕਰਨਾ? ਸਾਰੀ ਉਮਰ ਰੱਬ ਨੇ ਮੈਨੂੰ ਮਾਫ ਹੀ ਨਹੀਂ ਕਰਨਾ। ਹਰ ਵਿਸ਼ਾਲੀ ਨੇ ਪਤਾ ਨਹੀਂ ਇਹਦੇ ਤੇ ਇਹੋ ਜਿਹਾ ਕੀ ਜਾਦੂ ਕਰ ਰੱਖਿਆ ਹੈ ਵੀ ਜਿਹੜਾ ਇਹਨੂੰ ਵਿਸ਼ਾਲੀ ਤੋਂ ਸਿਵਾ ਹੋਰ ਕੁਛ ਦਿਖਦਾ ਹੀ ਨਹੀਂ। ਉਹਦੇ ਮਗਰੋਂ ਹੀ ਨਹੀਂ ਲੈਂਦਾ ਇਹ। ਕੋਈ ਗੱਲ ਨਹੀਂ, ਮੈਂ ਵੀ ਇਹਨੂੰ ਮਗਰੋਂ ਹਟਾ ਕੇ ਰਹਾਂਗੀ। ਦੇਖੀ ਚਾਹੇ ਮੈਨੂੰ ਕੁਛ ਵੀ ਕਰਨਾ ਪੈ ਜੇ। ਨਾ ਗੁੱਸਾ ਚੜਦਾ ਨਾ ਮੈਨੂੰ ਵੀ ਆਖਰ ਨੂੰ ਮੇਰੇ ਵਿੱਚ ਕੀ ਕਮੀ ਹੈ। ਆਪਦੀ ਜਨਾਨੀ ਨੂੰ ਤਾਂ ਦੇਖ ਕੇ ਵੀ ਨਹੀਂ ਡਰਦਾ ਇਹ ਤੇ ਉਹਨੂੰ ਉਹਦੇ ਮਗਰ ਫਿਰਦਾ ਹੈ। ਵੈਸੇ ਤਾਂ ਦੀਦੀ ਮੈਨੂੰ ਕਹਿੰਦੀ ਸੀ ਵੀ ਮੈਂ ਅਨਮੋਲ ਨਾਲ ਗੱਲ ਕਰ ਲੂੰਗੀ, ਸਮਝਾ ਦੂੰਗੀ। ਦੇਖਦੇ ਹਾਂ ਵੀ ਦੀਦੀ ਦੀ ਗੱਲ ਦਾ ਅਨਮੋਲ ਤੇ ਕੋਈ ਅਸਰ ਹੁੰਦਾ ਹੈ ਨਾ। ਮੈਨੂੰ ਤਾਂ ਨਹੀਂ ਲੱਗਦਾ ਵੀ ਅਨਮੋਲ ਇਸ ਗੱਲ ਨੂੰ ਸਮਝ ਲੂਗਾ, ਕਿਉਂਕਿ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਉਹਨੂੰ ਸਮਝਾਉਣ ਦੀ। ਬਸ ਉਹ ਤਾਂ ਦਿਮਾਗ 'ਚ ਇੱਕੋ ਗੱਲ ਘੁੰਮਦੀ ਆ ਵੀ ਇਹ ਗੰਦਾ ਖੂਨ ਆ, ਪਰ ਉਹ ਇਹ ਨਹੀਂ ਸੋਚਦਾ ਵੀ ਉਹਦੇ ਭਰਾ ਦੇ ਖੂਨ ਆ। ਕੁਛ ਮਰਜ਼ੀ ਹੋ ਜਾਏ, ਮੈਂ ਵਾਸ਼ਨ ਨਹੀਂ ਕਰਵਾਉਂਦੀ। ਇਹਦੇ ਲਈ ਮੈਨੂੰ ਜੋ ਕਰਨਾ ਪਊ ਮੈਂ ਉਹ ਕਰ ਦੂੰ, ਪਰ ਮੈਂ ਇਹ ਪਾਪ ਨਹੀਂ ਕਰ ਸਕਦੀ। ਜਿਹਨੇ ਹਲੇ ਦੁਨੀਆ ਨਹੀਂ ਦੇਖੀ, ਉਸ ਨੰਨੀ ਜੀ ਜਾਨ ਦਾ ਕੀ ਕਸੂਰ ਆ? ਉਹ ਕਿਉਂ ਸਜ਼ਾ ਭੁਗਤੇ? ਕੀਤੀਆਂ ਕਰਾਂਗੇ ਤਾਂ ਸਾਰੀਆਂ ਮੇਰੀਆਂ ਨੇ। ਮੰਨਿਆ ਕਿ ਵਿਸ਼ਾਲੀ ਦੀ ਕੁੱਖ 'ਚ ਬੱਚਾ ਟੋਨੀ ਦਾ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਮੇਰੇ ਵੱਲੋਂ ਧਿਆਨ ਹਟਾ ਕੇ ਤੇ ਵਿਸ਼ਾਲੀ ਵੱਲ ਚਲਾ ਜਾਏ। ਹਰ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਸਭ ਕੁਝ ਵੰਡ ਸਕਦੀ ਹੈ, ਪਰ ਆਪਣਾ ਆਦਮੀ ਨਹੀਂ। ਹਰ ਮੈਂ ਸਭ ਕੁਝ ਹੁੰਦੇ ਨਹੀਂ ਕਦੇ ਦੇਖ ਸਕਦੀ। ਮੈਂ ਆਪਣੇ ਘਰ ਵਾਲੇ ਨੂੰ ਉਹਦੇ ਹੱਥਾਂ 'ਚ ਨਹੀਂ ਜਾਣ ਦਿੰਦੀ, ਭਾਵੇਂ ਮੈਨੂੰ ਉਹਦੇ ਵਾਸਤੇ ਕੁਝ ਕਰਨਾ ਪਵੇ। ਸਭ ਕੁਝ ਕਰੂੰਗੀ ਮੈਂ, ਪਰ
ਆਪਣੇ ਘਰ ਵਾਲੇ ਨੂੰ ਉਹਦੇ ਹੱਥਾਂ 'ਚ ਨਹੀਂ ਦੇਦੀ। ਵਾਹ ਵਾਹ, ਹਲ ਪਿਸਟਕ ਲਾ ਕੇ ਕਿਹੜੇ ਖਾਸ ਨੂੰ ਦਿਖਾਉਣੀ ਆ? ਕਿਤੇ ਵੀ ਨਹੀਂ ਬੋਲ, ਮੈਂ ਤਾਂ ਘਰ ਹੀ ਆ। ਹਾਂ। ਬਸ ਤਿਆਰ ਹੋਈ ਸੀ। ਖਾਸਮ ਤਾਂ ਘਰੀ ਪਾਲ ਰੱਖਿਆ ਹੈ, ਬਾਹਰ ਜਾਣ ਦੀ ਤੁਹਾਨੂੰ ਕੀ ਲੋੜ ਹੈ? ਅਨਮੋਲ ਬਕਵਾਸ ਨਾ ਕਰ, ਸਮਝ ਲੱਗੀ? ਜਦੋਂ ਜੀ ਕਰਦਾ ਜਿਹੜਾ ਮੂੰਹ ਚ ਆਉਂਦਾ ਉਹੀ ਬੋਲੀ ਜਾਂਦੇ ਹੋ। ਸਾਲੀ ਦੇ ਦੋ ਮਾਰੂ ਕੰਨ ਤੇ। ਬਕਵਾਸ ਤੂੰ ਕਰਦੀ ਆ, ਮੈਂ ਨਹੀਂ। ਤੇਰੇ ਤਾਂ ਕੁੱਤਿਆਂ ਵਾਲੀ ਜ਼ਬਾਨ ਲੱਗੀ ਆ। ਅਨਮੋਲ ਤੁਸੀਂ ਹੋਸ਼ ਚ ਵੀ ਹੋ? ਕੀ ਕੁਝ ਬੋਲੀ ਜਾਂਦੇ ਹੋ? ਮੈਂ ਤਾਂ ਹੋਸ਼ 'ਚ ਹੀ ਆ। ਤੂੰ ਦੱਸ, ਤੈਨੂੰ ਲਿਆਵਾਂ ਹੋਸ਼ 'ਚ? ਗੱਲ ਨੂੰ ਨਾ ਘਮਾਣਾ। ਜਿਹੜੀ ਗੱਲ ਤੈਨੂੰ ਪੁੱਛੀ ਆ ਉਹ ਦੱਸ ਦੇ। ਮੈਂ ਗੱਲ ਘਮਾਉਂਦੀ ਨਹੀਂ, ਮੈਨੂੰ ਐਂ ਕਿ ਦੱਸੋ ਵੀ ਮੈਂ ਕੀਤਾ ਕੀ ਆ ਹੁਣ? ਤੈਨੂੰ ਅਬੋਰਸ਼ਨ ਕਿਹਾ ਸੀ ਕਰਾਉਣ ਨੂੰ, ਗਈ ਨਹੀਂ ਹਜੇ? ਅਨਮੋਲ ਇਹ ਗੱਲ ਮੈਂ ਤੁਹਾਨੂੰ ਕਹਿ ਚੁੱਕੀ ਆ ਵੀ ਮੈਂ ਅਬੋਰਸ਼ਨ ਨਹੀਂ ਕਰਵਾਉਂਦੀ। ਕਰਾਉਂਦੀ ਨਹੀਂ? ਉਹ ਤੂੰ ਤਾਂ ਭੱਜੀ ਫਿਰੇਂਗੀ। ਮੈਂ ਹਜੇ ਇਹਦੀ ਨਰਮਾਈ ਵਰਤੀ ਆ ਨਾ। ਜਿੱਦੇ ਮੈਂ ਤੇਰੇ ਨਾਲ ਸਖਤ ਹੋ ਗਿਆ ਨਾ ਤਾਂ ਉਹਦਾ ਹਿਸਾਬ ਲਾ ਲਈ ਤੇਰੇ ਨਾਲ ਬਣਦਾ ਕੀ ਆ। ਮੈਂ ਮਰਨ ਨੂੰ ਤਿਆਰ ਆ, ਪਰ ਅਬੋਰਸ਼ਨ ਨਹੀਂ ਮੈਂ ਕਰਵਾ ਸਕਦੀ। ਇਸ ਨੰਨੀ ਜਾਣ ਦਾ ਕੀ ਕਸੂਰ ਆ? ਮੈਂ ਕਿ ਕੁੱਖ ਚ ਕਤਲ ਕਰਵਾਵਾਂ ਬੱਚੇ ਦਾ? ਉਹ ਸਾਲਾ ਕਸੂਰ ਹੀ ਇਹਦਾ ਹੈ। ਜੇ ਭਾਬੀ ਦੇ ਹੋ ਜਾਂਦਾ ਕਾਹਨੂੰ ਆ ਕੁਛ ਕਰਦੀ ਤੂੰ? ਸਾਲਾ ਕਸੂਰ ਹੀ ਇਹਦਾ। ਇਹਨੂੰ ਮਾਰ ਦੇਣਾ ਮੈਂ। ਬਸ ਫਿਰ ਇਹੀ ਸੋਚ ਲਓ ਵੀ ਭਾਬੀ ਦੇ ਨਹੀਂ ਹੋਇਆ ਹੈਗਾ, ਘੱਟੋ ਘੱਟ ਇਹਦਾ ਤਾਂ ਲਿਹਾਜ਼ ਕਰ ਲਓ। ਨਾ ਤਾਂ ਮੈਨੂੰ ਭਾਬੀ ਨਾਲ ਹੋਆ ਤੇ ਨਾ ਤੇਰੇ ਨਾਲ। ਮੈਨੂੰ ਤਾਂ ਸਾਲਾ ਟੋਨੀ ਤੇ ਹੋਆ ਵੀ ਉਹਨੇ ਸ਼ਰਮ ਨਹੀਂ ਮੰਨੀ। ਅਨਮੋਲ ਬਾਰੀ-ਬਾਰੀ ਇੱਕੋ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਮੈਂ ਤੁਹਾਨੂੰ ਇਹ ਗੱਲ ਕਹਿ ਚੁੱਕਿਆ ਵੀ ਮੈਂ ਅਬੋਰਸ਼ਨ ਨਹੀਂ ਕਰਵਾਉਣਾ। ਸਮਝ ਲੱਗੀ ਤੁਹਾਨੂੰ? ਤੂੰ ਅਬੋਰਸ਼ਨ ਨਹੀਂ ਨਾ ਕਰਾਉਣਾ। ਭਾਬੀ ਇਹ ਕਹਿੰਦੀ ਅਬੋਰਸ਼ਨ ਨਹੀਂ ਕਰਾਉਣਾ। ਮੈਂ ਇਹਦਾ ਜਵਾਕ ਮਾਰ ਦੂੰ। ਮੈਂ ਤੈਨੂੰ ਪਹਿਲਾਂ ਦੱਸਤਾ। ਚੁੱਪ ਕਰ ਜਾ। ਹੁਣੀ ਘਰ ਦੇ ਵਿੱਚ ਨਾ ਤਮਾਸ਼ਾ ਬਣਾ ਰੱਖਿਆਗਾ। ਹਿੱਕ ਤੱਕ ਵੱਧ ਕੇ ਦੋਨੋਂ ਜਾਣੇ ਤੁਸੀਂ। ਸ਼ਰਮੀ ਲਾ ਰੱਖੀ ਇਹਨੇ। ਇੱਕ ਤਾਂ ਨੇ ਗਲਤੀ ਕੀਤੀ ਹੈ ਤੇ ਉੱਤੋਂ ਮੇਰੇ ਗੱਲ ਪੈਂਦੀ ਹੈ ਇਹ। ਮੈਂ ਗੱਲ ਪਈ ਆ। ਹੁਣ ਤੂੰ ਹੀ ਪਈ ਆ। ਚੁੱਪ ਕਰ ਜਾ ਨਾ, ਚੁੱਪ ਕਰ ਜਾ। ਘੱਟੋ ਘੱਟ ਤੂੰ ਤਾਂ ਸ਼ਰਮ ਕਰ ਲੈ। ਉਹ ਤਾਂ ਆਦਮੀ ਆ, ਬੋਲੂਗਾ ਉਹ ਹੀ। ਇਹਦੇ ਤਾਂ ਏਡੀ ਗੱਠ ਦੀ ਲੱਗੀ ਹੈ ਜਵਾਨ। ਇਹ ਕਾਹਨੂੰ ਚੁੱਪ ਕਰਦੀ ਆ? ਕਤਰ ਚੱਲਦੀ ਹੈ ਇਹਦੀ ਤਾਂ। ਅਨਮੋਲ ਮੇਰੀ ਗੱਲ ਸੁਣ ਲੈ, ਚੁੱਪ ਕਰ ਜਾ ਹੁਣ। ਫੇ ਤਾਂ ਉੱਤੇ ਕੁਛ ਨਹੀਂ ਬੋਲਣਾ ਭਾਬੀ ਮੈਂ ਚੁੱਪ। ਮੈਂ ਇਹਨੂੰ ਮਾਰ ਦੂੰ। ਮੂੰਹ ਮਾਰ ਕੇ ਕਿੱਥੇ ਜਾਏਗਾ? ਮਾਰ ਦੂੰ। ਮੈਨੂੰ ਜੇਲ੍ਹ ਜਾਣਾ ਮਨਜ਼ੂਰ ਆ। ਆਹੋ ਜਾਓ ਜੇਲ੍ਹ ਦੇ ਵਿੱਚ, ਖਾਓ ਜੇਲ੍ਹ ਦੀਆਂ ਰੋਟੀਆਂ। ਮੇਰੀ ਨਾ ਨਰਮਾਈ ਸਮਝੋ। ਮੈਂ ਇਹਨੂੰ ਪਹਿਲਾਂ ਵੀ ਆਖਿਆ ਸੀ ਮੈਂ ਤੇਰੇ ਪਿਓ ਨੂੰ ਫੋਨ ਕਰ ਦੂੰ। ਮੈਂ ਪਤਾ ਹੀ ਨਹੀਂ ਕਿਹੜੀ ਗੱਲੋਂ ਚੁੱਪਾਂ ਭਾਬੀ। ਤੈਨੂੰ ਵੀ ਇਹ ਚੀਜ਼ ਪਤਾ। ਤੁਸੀਂ ਇਹ ਗੱਲੋਂ ਚੁੱਪ ਹੋ ਗਏ ਕਿ ਤੁਸੀਂ ਕਦੇ ਬਾਪ ਨਹੀਂ ਬਣ ਸਕਦੇ। ਚੁੱਪ ਕਰ ਜਾ। ਇਹ ਨਹੀਂ ਸੌਰੀ ਬੋਲ। ਇਹ ਨਹੀਂ ਮੈਂ ਬੋਲ ਤੈਨੂੰ ਛੱਡ ਦੇ ਉਹਨੂੰ। ਇਹ ਨਹੀਂ ਬੋਲ। ਇਹ ਤੂੰ ਇੱਕ ਵਾਰੀ ਕਹਿ ਦਿੱਤਾ ਫਿਰ ਤੂੰ ਕਿਉਂ ਨਹੀਂ ਗੱਲ ਨੂੰ ਸਮਝਦੀ? ਬੇਲੇ ਰਨ ਵਾਲੇ ਤੇ ਭਾਬੀ ਤੂੰ ਜਾ ਵਿੱਚ ਨਾ। ਤੂੰ ਜਾ। ਭਾਬੀ ਤੂੰ ਮੈਂ ਵਿੱਚ ਨਾ। ਤੈਨੂੰ ਕਹਿਤਾ ਮੋੜ ਬਾਹਰ ਚਲਾ ਜਾ। ਇਹ ਮੂਰੇ ਬੋਲਦੀ ਆ। ਤੇਰੇ ਇੱਕ ਮੂੰਹ ਤਾਂ ਤੇ ਨੇ ਹੱਥ ਗਲਤੀ ਬੰਨੇ। ਕੀਤੀ ਆ ਤੇ ਉੱਤੋਂ ਮੇਰੇ ਮੂਰੇ ਬੋਲਦੀ ਆ। ਪਿੱਛੇ ਹੋ ਕੇ ਗੱਲ ਕਰ ਸਭ ਤੋਂ ਪਹਿਲਾਂ ਤਾਂ। ਕਿੱਥੇ ਤਾਂ ਇਹ ਨਰਮਾਈ ਨਾਲ ਗੱਲ ਕਰੇ ਵੀ ਜੀ ਕੋਈ ਨਹੀਂ ਮੈਥੋਂ ਗਲਤੀ ਹੋ ਗਈ, ਮੈਂ ਗਲਤੀ ਮੰਨਦੀ ਆ। ਉੱਤੇ ਚੜ ਗੱਲ ਕਰਦੀ ਆ ਇਹ। ਜਦੋਂ ਉਹਨੇ ਤੈਨੂੰ ਇੱਕ ਵਾਰੀ ਕਹਿਤਾ ਨਾ ਨਾਲੇ ਮੇਰੇ ਤੋਂ ਗਲਤੀ ਹੋ ਗਈ ਫੇਰ ਬਹੁਤ ਵਾਰੀ ਕਹਤੇ, ਇੱਕ ਵਾਰ ਨਹੀਂ। ਚੁੱਪ ਕਰ ਜਾ। ਹਾਂ ਦੇਖ ਲਾ, ਤੇਰੇ ਖੜੀ ਤੋਂ ਨਹੀਂ ਹਟਦੀ ਭਾਬੀ ਇਹ। ਤੇ ਤੇਰੀ ਪਿੱਠ ਪਿੱਛੇ ਕੀ ਕੁਛ ਬੋਲਦੀ ਹੂ ਇਹ। ਤੇ ਤੂੰ ਭਾਬੀ ਸਾਹਮਣੇ ਕੀ ਕੁਝ ਬੋਲੀ ਜਾਂਦਾ, ਉਹ ਵੀ ਸ਼ਰਮ ਕਰ ਲੈ ਮਾੜੀ ਮੋਟੀ। ਤੈਨੂੰ ਮੈਂ ਕਹਿਤਾ ਨਾ ਬਾਹਰ ਚਲਾ ਜਾ। ਚਲਾ ਜਾ ਬਾਹਰ। ਤੇਰੇ ਮੂੰਹ ਨੂੰ ਵਗ ਜਾਣਾ ਭਾਬੀ। ਜੇ ਤੂੰ ਅੱਜ ਵਿੱਚ ਨਾ ਆਉਂਦੀ ਨਾ ਤਾਂ ਇਹਦਾ ਮੈਂ ਖਾਤਮਾ ਕਰ ਦਿੰਦਾ ਇੱਥੇ। ਮੈਂ ਕਹਿੰਦੀ ਸਾਰੇ ਇੱਕ ਦੂਜੇ ਨੂੰ ਮਾਰ ਲਓ, ਮੜੀਆਂ ਬਣਾ ਲਓ ਇੱਥੇ। ਟੋਨੀ ਨੂੰ ਸੱਦ ਕਰੇ। ਟੋਨੀ ਨੂੰ ਸੱਦ। ਮੈਂ ਸੱਦਾਂ ਇਹਦੇ ਪਿਓ ਨੂੰ। ਮੈਂ ਕਰਦਾ ਫੋਨ। ਸੱਦ ਲਾ ਜਿਹਨੂੰ ਸੱਦਣਾ ਬਸ। ਪਹਿਲਾਂ ਤੂੰ ਬਾਹਰ ਜਾ। ਮੈਂ ਮੈਂ ਤੈਨੂੰ ਕਹਿਤਾ ਨਾ ਬੋਲ ਜਾ। ਕੋਈ ਟੋਨੀ ਨੂੰ ਮੈਂ ਸਾਦੀ ਤੂੰ ਜਾ। ਲੋਕ ਕਹਿਣਗੇ ਵੀ ਨੂੰ ਕੁੱਟਤੀ, ਮੈਨੂੰ ਇੱਥੇ ਹੀ ਮਾਰ ਦੂੰ। ਇਹਨੂੰ ਪਹਿਲਾਂ ਸਮਝਾ ਦੇ। ਮੈਂ ਤੈਨੂੰ ਕੀ ਕਹੀ? ਤੂੰ ਚੁੱਪ ਕਰ ਜਾ ਕੁੜੀਏ, ਬੋਲੀ ਨਾ। ਤੇਰੀ ਜ਼ੁਬਾਨ ਹੀ ਨਿਕਲਣੀ ਚਾਹੀਦੀ। ਮੈਂ ਇਹਦਾ ਸਿਰ ਕੁੱਟੂੰਗਾ ਵੀ ਚੱਪਲਾਂ ਨਾਲ। ਮੈਂ ਆਪਣੇ ਟੋਨੀ ਨੂੰ ਬੁਲਾਉਂਦੀ, ਤੂੰ ਜਵਾਬ ਦੇ। ਇਹਨੂੰ ਘਰੋਂ ਕੱਢ ਦੇ ਤੂੰ। ਵਧੀਆ ਰਹੂਗੀ ਜੇ ਮੈਨੂੰ ਇੱਥੇ ਭਾਬੀ ਘਰੇ ਰੱਖਣਾ। ਇਹਨੂੰ ਘਰੋਂ ਕੱਢ ਦੇ, ਨਹੀਂ ਇਹਦੀ ਲੱਤ ਬਾਂਹ ਤੋੜ ਕੇ ਸੁੱਕਣੀ ਪਾ ਦੂੰ ਮੈਂ। ਦੇਖ ਮੇਰੀ ਸੁਣ ਲੈ ਗੱਲ ਅਨਮੋਲ, ਮੇਰਾ ਨਾ ਬੀਪੀ ਵਧਾਇਆ ਕਰੋ। ਮਰ ਜੂੰਗੀ ਮੈਂ ਕੁਛ ਖਾ ਕੇ। ਸਾਰੇ ਮਰ ਜਾਓ, ਨਿਬੜੂ ਪਰੇ ਕੰਮ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਨਹੀਂ ਆਪਦਾ ਮੂੰਹ ਬੰਦ ਕਰਕੇ ਰੱਖਿਆ ਕਰ। ਮੁੜ ਕੇ ਨਾ ਮੈਂ ਤੈਨੂੰ ਥੱਪੜਾਂ ਨਾਲ ਕੁੱਟੂੰਗੀ। ਇੰਨਾ ਘਰ ਦੇ ਵਿੱਚ ਤੁਸੀਂ ਕਲੇਸ਼ ਪਾ ਰੱਖਿਆ। ਤੈਨੂੰ ਐ ਪਤਾ ਲੋਕ ਕਿੱਦਾਂ ਬਾਹਰ ਖੜ ਕੇ ਸੌਂਦੇ ਪਏ ਨੇ। ਭਾਬੀ ਮੈਂ ਕਿੰਨਾ ਕੁ ਟਾਈਮ ਚੁੱਪ ਰਹਾ? ਰੋਜ਼ ਮੈਨੂੰ ਇਹ ਤੇ ਇਹੀ ਕੁਝ ਸੁਣਨ ਨੂੰ ਮਿਲਦਾ। ਆਖੇ ਗੰਦ ਲਈ ਫਿਰਦੇ ਢਿੱਡ 'ਚ, ਮੈਂ ਘਰੋਂ ਬਾਹਰ ਕੱਢ ਦੂੰ। ਨਾਲੇ ਲੋਕ ਮੈਨੂੰ ਕੱਲੀ ਨੂੰ ਨਹੀਂ ਸੁਣਦੇ, ਲੋਕਾਂ ਨੂੰ ਅਨਮੋਲ ਦੀਆਂ ਆਵਾਜ਼ਾਂ ਵੀ ਸੁਣਦੀਆਂ ਨੇ ਵੀ ਅਨਮੋਲ ਕੀ ਕੁਝ ਭੌਂਕਦਾ। ਜੇ ਤੈਨੂੰ ਇੰਨਾ ਕੁਝ ਬੋਲਦਾ ਤੇ ਬੇਅਕਲ, ਤੈਨੂੰ ਮੈਂ ਉਹਦੇ ਵੀ ਇਹ ਗੱਲ ਸਮਝਾਈ ਸੀ ਨਾ ਵੀ ਚੁੱਪਚਾਪ ਮੇਰੇ ਕਮਰੇ 'ਚ ਆ ਕੇ ਬਹਿ ਜਾ ਕਰ। ਉਹਦੇ ਨਾਲ ਕਾਹਤੋਂ ਜ਼ਬਾਨ ਲੜਾਉਣੀ ਹੈ? ਜੇ ਤੂੰ ਮਰ ਗਈ ਨਾ ਇਹਨੂੰ ਮਾਰਤਾ
ਫਿਰ ਦੇਖ ਲਈ ਆਪਦੀ ਜ਼ਿੰਦਗੀ ਅੱਗੇ। ਭਾਬੀ ਫਿਰ ਮੈਂ ਉਹਨਾਂ ਤੋਂ ਬਹੁਤ ਕੁੱਟ ਖਾ ਲਈ, ਤੁਹਾਡੇ ਕੋਲ ਤਾਂ ਮੈਨੂੰ ਆਣ ਵੀ ਨਹੀਂ ਦਿੰਦਾ ਹੈਗਾ। ਜੇ ਮੈਂ ਉਹਨੂੰ ਇਗਨੋਰ ਕਰਕੇ ਲੰਘ ਕੇ ਫਿਰ ਮੈਨੂੰ ਮਾਰਨ ਨੂੰ ਪੈਂਦਾ ਵੀ ਤੂੰ ਮੇਰੀ ਗੱਲ 'ਚ ਧਿਆਨ ਨਹੀਂ ਦਿੰਦੀ। ਦੱਸੋ ਮੈਂ ਕੀ ਕਰਾਂ? ਫਿਰ ਮੈਨੂੰ ਦੱਸ ਦੇ ਮੈਂ ਕੀ ਕਰਾਂ ਹੁਣ? ਕੋਈ ਤੇਰੇ ਨਾਲ ਤਾਂ ਖੜੀ ਆ ਹੁਣ ਮੈਂ। ਕੋਈ ਕੁਛ ਨਾ ਕਰੋ, ਕਿਤੇ ਇਹ ਨਾ ਹੋਵੇ ਵੀ ਮੈਂ ਤੁਹਾਡੇ ਬਾਰੇ ਸਾਰਿਆਂ ਬਾਰੇ ਸੋਚ ਕੇ ਇਹ ਘਰ ਨੂੰ ਛੱਡ ਕੇ ਭੱਜ ਜਾ ਤੇ ਬੱਚੇ ਦਾ ਅਬੋਰਸ਼ਨ ਕਰਵਾ ਦਾਂ। ਆਪਦਾ ਮੂੰਹ ਬੰਦ ਕਰਕੇ ਰੱਖ ਲਓ। ਕਹਿਤੀ ਮੈਂ ਤੈਨੂੰ ਇੱਕ ਗੱਲ, ਚੇਪੀ ਲਾ ਲਾ ਆਪਦੇ ਮੂੰਹ ਤੇ, ਇੱਕ ਲਫ਼ਜ਼ ਵੀ ਨਾ ਆਪਣੇ ਮੂੰਹ ਕੱਢੀ। ਇਹ ਮੈਨੂੰ ਕੀ ਧਮਕੀ ਦਿੰਦਾ ਘਰੇ ਫੋਨ ਕਰਨ ਦੀ ਜਾਂ ਮੇਰੇ ਬਾਪ ਨੂੰ ਬੁਲਾਉਣ ਦੀ? ਚਲ ਠੀਕ ਆ, ਬੁਲਾ ਲੈ ਬਾਪ ਨੂੰ ਵੀ, ਦੱਸ ਦੂੰਗੀ ਬਾਪ ਨੂੰ ਵੀ ਇਹ ਕਦੇ ਬਾਪ ਨਹੀਂ ਬਣ ਸਕਦਾ ਜਿਹਦੇ ਨਾਲ ਤੁਸੀਂ ਮੈਨੂੰ ਵਿਆਹ ਕੇ ਤੋਰਿਆ ਸੀ। ਹੱਥ ਬੰਨੇ ਤੇਰੇ ਨੂੰ, ਖੇੜਾ ਛੱਡ ਦੇ ਇਸ ਗੱਲ ਦਾ। ਆਦਮੀ ਜਾਤ ਇਹੀ ਜੀ ਹੁੰਦੀ ਹੈ, ਜੇ ਉਹ ਬੋਲਦਾ ਔਰਤ ਨੂੰ ਚੁੱਪ ਕਰਨਾ ਪੈਂਦਾ ਹੈ। ਤੁਸੀਂ ਕਿੰਨਾ ਕੁ ਚੁੱਪ ਕਰਦੇ ਹੋ? ਬਥੇਰਾ ਚੁੱਪ ਕੀਤੀ ਆ ਮੈਂ। ਮੈਨੂੰ ਤਾਂ ਤੁਹਾਡੇ ਨਾਲ ਕਿਸੇ ਨਾਲ ਗੱਲ ਕਰਨ 'ਚ ਕੋਈ ਫਾਇਦਾ ਨਹੀਂ, ਤੁਹਾਨੂੰ ਸਾਰਿਆਂ ਨੂੰ ਆਪਦੇ ਆਪਦੇ ਤੱਕ ਮਤਲਬ ਆ। ਤੇਰਾ ਸਾਥ ਦਿੱਤਾ, ਹੋਰ ਇਹ ਤੋਂ ਵੱਧ ਕੀ ਕਰਾਂ ਹੁਣ ਮੈਂ? ਤੂੰ ਵੀ ਘੱਟ ਨਹੀਂ ਹੈਗੀ, ਜਵਾਨ ਲੜਾਉਣੀ ਹੈ ਤੂੰ ਉਹਦੇ ਨਾਲ। ਜਿੱਦੇ ਕੋਈ ਚੀਜ਼ ਵੱਜ ਗਈ ਮਰ ਗਈ ਫਿਰ ਤੈਨੂੰ ਪਤਾ ਲੱਗ ਜੂਗਾ। ਅੰਦਰ ਕਰਾਏਂਗੀ ਸਾਰੇ ਟੱਬਰ ਨੂੰ। ਵਿਸ਼ਾਲੀ ਕੀ ਹੋ ਗਿਆ ਤੈਨੂੰ? ਚੱਲ ਉੱਠ, ਡਾਕਟਰ ਤੇ ਚੱਲਦੇ ਆਪਾਂ। ਖੜੀ ਹੋ, ਖੜੀ ਹੋ। ਚੱਲ ਹੱਥ ਜਾ ਕੇ ਚੈਨ ਮਿਲਿਆ ਮੈਨੂੰ। ਕਿੰਨੇ ਦਿਨਾਂ ਦੀ ਦੇਖ ਰਹੀ ਸੀ ਮੈਨੂੰ। ਇਹ ਕੀ ਸੋਚ ਰਹੀ ਸੀਗੀ ਕਿ ਇੱਕ ਬੱਚੇ ਨੂੰ ਜਨਮ ਦੇ ਕੇ ਇਹ ਮੇਰਾ ਘਰ ਵਾਲਾ ਖੋਲੂਗੀ। ਪਰ ਇਹਨੂੰ ਨਹੀਂ ਪਤਾ ਮੈਂ ਕੀ ਕੁਛ ਕਰ ਸਕਦੀ ਹਾਂ। ਕੁੱਤੀਏ, ਆ ਗਿਆ ਤੈਨੂੰ ਚੈਨ? ਆ ਗਈ ਤੈਨੂੰ ਸ਼ਾਂਤੀ? ਮੈਂ ਕੀਤਾ? ਕਿਉਂ ਮਾਰੇ ਮੈਨੂੰ? ਡਾਕਟਰ ਨਾ ਦੋਹਾਂ ਨੂੰ ਨਹੀਂ ਬਚਾ ਸਕਿਆ, ਵਿਸ਼ਾਲੀ ਤੇ ਮੇਰੇ ਬੱਚੇ ਨੂੰ। ਕੁੱਤੀਏ, ਤੂੰ ਮੇਰਾ ਘਰ ਪੱਟ ਕੇ ਰੱਖਤਾ। ਮੈਂ ਕੁਛ ਨਹੀਂ, ਮੈਥੋਂ ਗਲਤੀ ਹੋ ਗਈ ਟੋਨੀ, ਗਲਤੀ ਹੋ ਗਈ ਮੇਰੇ ਤੋਂ। ਗਲਤੀ ਦੀ ਸਜ਼ਾ ਤਾਂ ਤੈਨੂੰ ਮੈਂ ਦਿੰਦਾ। भाई बोल, मैनू माफ कर दे, मेरी कोई बात नहीं चली। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੀ ਸੀਰੀਜ਼ ਦਾ ਹੋ ਗਿਆ ਐਂਡ, ਭਾਗ ਚੌਥਾ ਤੁਸੀਂ ਦੇਖ ਚੁੱਕੇ ਹੋ। ਤੇ ਦੱਸੋ ਤੁਹਾਨੂੰ ਸੀਰੀਜ਼ ਕਿੱਦਾਂ ਦੀ ਲੱਗੀ। ਜੇ ਵਧੀਆ ਲੱਗਦੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸੋ, ਸੀਰੀਜ਼ ਆਪਾਂ ਇਹੀ ਤੋਰ ਦਾਂਗੇ। ਤੇ ਨਹੀਂ, ਇੱਕ ਬਹੁਤ ਘੈਂਟ ਸੀਰੀਜ਼, ਬਹੁਤ ਸੋਹਣਾ ਐਪੀਸੋਡ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ।
ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਇਹੀ ਸੀਰੀਜ਼ ਦੁਬਾਰੇ ਸਟਾਰਟ ਕਰੀਏ ਸੀਜ਼ਨ 2 ਜਾਂ ਨਵੀਂ ਸੀਰੀਜ਼ ਲੈ ਕੇ ਆਈਏ। ਜਰੂਰ ਦੱਸੋ ਕਮੈਂਟ ਕਰਕੇ। ਧੰਨਵਾਦ ਜੀ।